ਵੀ ਔਰਤਾਂ ਨੂੰ ਵਾਪਸ ਭੇਜ ਦਿਓ, ਬੱਚਿਆਂ ਨੂੰ ਵਾਪਸ ਭੇਜ ਦਿਓ ਤੇ ਸਿਆਣੀ ਉਮਰ ਦੇ ਬਜ਼ੁਰਗਾਂ ਨੂੰ ਵਾਪਸ ਭੇਜ ਦਿਓ। ਤੇ ਉੱਥੇ ਧਰਨੇ 'ਚ ਰਹੂਗਾ ਕੌਣ? ਜੇ ਇੱਥੋਂ ਦੀਆਂ ਸਰਕਾਰਾਂ ਬਾਹਰਲੇ ਮੁਲਕਾਂ ਤੋਂ ਲੋਕਾਂ ਨੂੰ ਬੁਲਾ ਸਕਦੀਆਂ ਨੇ ਉੱਥੇ ਸਮਾਗਮਾਂ ਤੇ ਪੰਜਾਬ ਦਾ ਕਿਸਾਨ ਕਿਉਂ ਨਹੀਂ ਜਾ ਸਕਦਾ? ਸਰਕਾਰ ਇਹਨਾਂ ਕਾਨੂੰਨਾਂ ਰਾਹੀਂ ਦੇਸ਼ ਦੇ ਲੋਕਾਂ ਦੀ ਰੋਟੀ ਖਵਾਉਣ ਜਾ ਰਹੀ ਹੈ। ਲਾਕਡਾਊਨ ਲੱਗਣ ਤੋਂ ਬਾਅਦ ਜਿੰਨੇ ਵੀ ਖੇਤਰ ਨੇ ਦੇਸ਼ ਦੇ ਸਾਰੇ ਹੀ ਘਾਟੇ 'ਚ ਗਏ ਨੇ। ਸਿਰਫ ਇਕੱਲੀ ਖੇਤੀ ਖੇਤਰ ਹੈ ਜਿਹਦੇ ਵਿੱਚ ਤਰੱਕੀ ਹੋਈ ਹੈ ਜੀ। ਸੋ ਉਸੇ ਖੇਤਰ ਤੇ ਲਾਲਾਂ ਗਿਰਦੀਆਂ ਨੇ ਵੱਡੇ ਵੱਡੇ ਕਾਰਪੋਰੇਟਰਾਂ ਦੀਆਂ। ਇਹ ਸਿੱਧਾ ਸਾਡੀ ਰਸੋਈ ਤੇ ਹਮਲਾ ਜੀ, ਤੇ ਰਸੋਈ ਦੀ ਮਾਲਕ ਬੀਬੀ ਹੈ, ਫਿਰ ਸੰਘਰਸ਼ ਜਾਵੇ ਕਿਉਂ ਨਾ। ਮੈਨੂੰ ਮਹਾਤਮਾ ਗਾਂਧੀ ਦੀ ਯਾਦ ਆ ਜਾਂਦੀ ਹੈ। ਉਹ ਕਹਿੰਦਾ ਸੀ ਵੀ ਖੇਤੀ ਪ੍ਰਧਾਨ ਦੇਸ਼ ਹੈ ਤੇ ਮੇਰਾ ਭਾਰਤ ਪਿੰਡਾਂ 'ਚ ਵਸਦਾ ਹੈ। ਇਹ ਤਾਂ ਕਹਿੰਦੇ ਖੇਤੀ ਤਾਂ ਹੋਊਗੀ ਖੇਤਾਂ 'ਚ, ਲੇਕਿਨ ਕਿਸਾਨ ਨਹੀਂ ਹੋਊਗਾ ਜੀ। ਖੇਤੀ ਹੋਊਗੀ ਲੇਕਿਨ ਖੇਤ ਮਜ਼ਦੂਰ ਨਹੀਂ ਹੋਊਗਾ। ਖੇਤੀ ਕਾਨੂੰਨਾਂ ਨੂੰ ਲੈ ਕੇ ਸੈਂਟਰ ਸਰਕਾਰ ਦਾ ਵਿਰੋਧ ਲਗਾਤਾਰ ਹੋ ਰਿਹਾ ਹੈ। ਕਿਸਾਨ ਪੰਜਾਬ ਦੇ ਹੀ ਨਹੀਂ ਭਾਰਤ ਦੇ ਕੋਨੇ-ਕੋਨੇ 'ਚੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਨੇ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਆਪਣਾ ਯੋਗਦਾਨ ਪਾ ਰਹੇ ਨੇ। ਖੜਿਆਂ ਭਾਸੋਂ ਦੇ ਕਿਸਾਨ ਆਗੂ ਨੇ ਸਾਡੇ ਨਾਲ, ਉਹਨਾਂ ਨਾਲ ਕਰਦੇ ਹਾਂ ਗੱਲ। ਅੱਜ ਦਾ ਜਿਹੜਾ ਇਹ ਪ੍ਰੋਗਰਾਮ ਕੀਤਾ ਗਿਆ ਹੈ ਉਸ ਸੰਬੰਧੀ ਕਰਦੇ ਹਾਂ ਗੱਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਦੱਸੇਂਗੇ ਜੀ ਇਹ ਜਿਹੜਾ ਪੂਰੇ ਪ੍ਰੋਗਰਾਮ ਰਚਿਆ ਗਿਆ ਹੈ? ਤੇ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਟਕਾਉਂਦਾ ਦੀ ਅਗਵਾਈ 'ਚ ਜੀ ਇਸਤਰੀ ਦਿਵਸ ਮਨਾ ਰਹੇ ਹਾਂ ਜੀ। ਤੇ ਪਹਿਲੀ ਗੱਲ ਤਾਂ ਇਹ ਆ ਵੀ ਅਸੀਂ ਇਹ ਗੱਲ ਚਾਹੁੰਦੇ ਹਾਂ ਵੀ ਇੱਥੋਂ ਦਾ ਜਿਹੜਾ ਔਰਤ ਸਮਾਜ ਹੈ ਇਹ ਜਾਗਰੂਕ ਹੋਵੇ ਜੀ। ਜਿੰਨਾ ਚਿਰ ਇਹ ਜਾਗਰੂਕ ਨਹੀਂ ਹੁੰਦਾ, ਆਉਣ ਵਾਲੇ ਸਮੇਂ 'ਚ ਅਸੀਂ ਜੋ ਸੰਘਰਸ਼ ਲੜਨੇ ਨੇ ਤੇ ਸਾਨੂੰ ਲੰਮੀਆਂ ਲੜਾਈਆਂ ਲੜਨੀਆਂ ਪੈਣਗੀਆਂ। ਤੇ ਅਸੀਂ ਇਹ ਸਮਾਗਮ ਇਸੇ ਕਰਕੇ ਮਨਾ ਰਹੇ ਹਾਂ ਵੀ ਖਾਸ ਕਰਕੇ ਬੀਬੀਆਂ ਜਾਗਰੂਕ ਹੋਣ ਜੀ। ਇਹ ਮਾੜਾ ਸਿਸਟਮ ਆ ਜਿਹੜਾ ਉਹਨੂੰ ਪਹਿਚਾਨਣ 'ਚ, ਉਹਨੂੰ ਸਮਝਣ 'ਚ ਕਾਬਲ ਹੋਣ ਜੀ। ਪਰ ਸੁਪਰੀਮ ਕੋਰਟ ਦੀ ਗੱਲ ਕੀਤੀ ਜਾਵੇ, ਸੁਪਰੀਮ ਕੋਰਟ ਵੱਲੋਂ ਕਿਹਾ ਗਿਆ ਹੈ ਕਿ ਮਹਿਲਾਵਾਂ ਨੂੰ ਵਾਪਸ ਭੇਜ ਦਿੱਤਾ ਜਾਵੇ, ਬੱਚਿਆਂ ਨੂੰ ਭੇਜ ਦਿੱਤਾ ਜਾਵੇ, ਬਜ਼ੁਰਗਾਂ ਨੂੰ ਭੇਜ ਦਿੱਤਾ ਜਾਵੇ। ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਸੁਪਰੀਮ ਕੋਰਟ ਨੇ ਬਿਆਨ ਦਿੱਤਾ ਹੈ ਵੀ ਜਿਹੜੇ ਧਰਨੇ 'ਚ ਬੈਠੇ ਨੇ ਸਾਨੂੰ ਇਹਨਾਂ ਦੀ ਚਿੰਤਾ ਹੈ, ਇਹਨਾਂ ਨੂੰ ਵਾਪਸ ਭੇਜ ਦਿਓ। ਇੱਕ ਸਾਈਡ ਤੇ ਤਾਂ ਕਹਿੰਦੇ ਆ ਇਸਤਰੀ ਦਾ ਬਰਾਬਰ ਦਾ ਹੱਕ ਆ, ਹਰ ਇੱਕ ਕੰਮ 'ਚ ਯੋਗਦਾਨ ਦੇ ਰਹੀ ਆ, ਪਰ ਸੁਪਰੀਮ ਕੋਰਟ ਵੱਲੋਂ ਇਦਾਂ ਦੇ ਬਿਆਨ। ਅਸੀਂ ਇਸ ਗੱਲ ਨੂੰ ਸਮਝਦੇ ਹਾਂ ਜੀ ਵੀ ਸੁਪਰੀਮ ਕੋਰਟ ਨੂੰ ਕੋਈ ਤਾਕਤਾਂ ਹੋਰ ਚਲਾ ਰਹੀਆਂ ਨੇ ਜੀ। ਜੇ ਸੁਪਰੀਮ ਕੋਰਟ ਦੀ ਇਹ ਗੱਲ ਮੰਨ ਲੈਂਦੇ ਆ ਵੀ ਔਰਤਾਂ ਨੂੰ ਵਾਪਸ ਭੇਜ ਦਿਓ, ਬੱਚਿਆਂ ਨੂੰ ਵਾਪਸ ਭੇਜ ਦਿਓ ਤੇ ਸਿਆਣੀ ਉਮਰ ਦੇ ਬਜ਼ੁਰਗਾਂ ਨੂੰ ਵਾਪਸ ਭੇਜ ਦਿਓ, ਤੇ ਉੱਥੇ ਧਰਨੇ 'ਚ ਰਹੂਗਾ ਕੌਣ? ਇਹ ਸਾਡੇ ਉੱਥੇ ਦੀ ਜਿਹੜੀ ਐਜੀਟੇਸ਼ਨ ਚੱਲ ਰਹੀ ਆ ਦਿੱਲੀ ਦੇ ਕੰਢਿਆਂ ਤੇ, ਉਹਨੂੰ ਫੇਲ ਕਰਨ ਦੀ ਸਾਜ਼ਿਸ਼ ਹੈ ਇੱਕ। ਅਸੀਂ ਇਸ ਨੂੰ ਸਮਝਦੇ ਚੰਗੀ ਤਰ੍ਹਾਂ ਤੇ ਸਾਡਾ ਜੋ ਉੱਥੇ ਬੀਬੀਆਂ ਬੈਠੀਆਂ ਨੇ, ਬੱਚੇ ਬੈਠੇ ਨੇ, ਤੇ ਕਿਸੇ ਨੂੰ ਅਸੀਂ ਕੋਈ ਧੱਕੇ ਨਾਲ ਨਹੀਂ ਲੈ ਕੇ ਗਏ। ਹਰੇਕ ਜਿਹੜਾ ਜਾਗਦੀ ਜ਼ਮੀਰ ਵਾਲਾ ਇਨਸਾਨ ਹੈ ਉਹ ਉੱਥੇ ਆਪਦੇ ਆਪ ਆ ਰਿਹਾ ਇਸ ਅੰਦੋਲਨ 'ਚ। ਹਾਂਜੀ। ਇੱਕ ਸਾਈਡ ਤੇ ਤਾਂ ਕਿਹਾ ਜਾ ਰਿਹਾ ਹੈ ਕਰੋਨਾ ਹੈ, ਕਰੋਨਾ ਕਾਰਨ ਸਕੂਲ ਬੜੇ ਲੰਮੇ ਟਾਈਮ ਤੋਂ ਬੰਦ ਪਏ ਸੀਗੇ। ਵਿੱਚ ਇਹ ਵੀ ਗੱਲਾਂ ਆ ਰਹੀਆਂ ਨੇ ਵੀ ਜਿਹੜੇ ਅੱਜ ਸਕੂਲ ਹੁਣ ਖੁੱਲ੍ਹਣੇ ਸਟਾਰਟ ਹੋਏ ਨੇ ਇਹ ਵੀ ਇੱਕ ਚਾਲ ਆ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ? ਬਿਲਕੁਲ ਅਸੀਂ ਤਾਂ ਇਸ ਗੱਲ ਨੂੰ ਮੰਨਦੇ ਹਾਂ। ਬੇਸ਼ੱਕ ਇਹ ਹੈਗੀ ਗੱਲ ਵੀ ਬਿਮਾਰੀ ਹੈਗੀ ਆ, ਪਰ ਜਿਵੇਂ ਇੱਥੋਂ ਦੇ ਸਰਕਾਰੀ ਤੰਤਰ ਵੱਲੋਂ, ਸਰਕਾਰੀ ਮਸ਼ੀਨਰੀ ਵੱਲੋਂ ਇਹਨੂੰ ਕਰੋਨਾ ਮਹਾਂਮਾਰੀ ਨੂੰ ਪ੍ਰਚਾਰਿਆ ਜਾ ਰਿਹਾ ਹੈ ਤੇ ਉਹ ਗੱਲ ਬਿਲਕੁਲ ਨਹੀਂ ਹੈਗੀ। ਤੇ ਤੁਹਾਡੇ ਸਾਹਮਣੇ ਇਸ ਗੱਲ ਤੇ ਦਿੱਲੀ ਦੇ ਕੰਢਿਆਂ ਤੇ ਲੱਖਾਂ ਲੋਕ ਬੈਠਾ ਹੈ ਹਲੇ ਤੱਕ 52-53 ਦਿਨ ਹੋ ਗਏ ਉਸ ਮੋਰਚੇ ਚੱਲਦੇ ਨੂੰ ਤੇ ਇੱਕ ਵੀ ਕੋਈ ਕੇਸ ਇਹੋ ਜਿਹਾ ਨਹੀਂ ਆਇਆ ਵੀ ਕੋਈ ਇਸ ਬਿਮਾਰੀ ਨਾਲ ਮਰਿਆ ਹੋਵੇ ਜਾਂ ਕਿਸੇ ਨੂੰ ਹੋਈ ਵੀ ਹੋਵੇ। ਤੇ ਕਰੋਨਾ ਮਹਾਂਮਾਰੀ ਸਿਰਫ ਤੇ ਸਿਰਫ ਇੱਥੋਂ ਦੇ ਹਾਕਮਾਂ ਨੇ ਸਾਡੇ ਤੇ ਮਾੜੀਆਂ ਨੀਤੀਆਂ ਥੋਪਣ ਵਾਸਤੇ ਇਹਨੂੰ ਇਸੇ ਗੱਲ ਵਾਸਤੇ ਵਰਤੇ, ਇਹ ਤੋਂ ਬਾਅਦ ਕੁਛ ਨਹੀਂ ਹੈਗਾ। ਕਿਹਾ ਜਾ ਰਿਹਾ ਜਿਹੜੇ ਸਕੂਲ ਖੁੱਲ੍ਹੇ ਨੇ ਇਹ ਵੀ ਇੱਕ ਚਾਲ ਆ। ਜਿਹੜੇ ਮਹਿਲਾਵਾਂ ਸੀਗੀਆਂ ਜਾਂ ਬੱਚੇ ਸੀਗੇ ਪਰਿਵਾਰ ਦੇ, ਜਿਹੜੇ ਮੋਢੀ ਸੀਗੇ, ਉਹਨਾਂ ਨੂੰ ਇੱਥੇ ਵਾਪਸ ਖਿੱਚਣ ਵਾਸਤੇ ਵੀ ਜਿਹੜੇ ਸਕੂਲਾਂ 'ਚ ਬੱਚਿਆਂ ਦੀਆਂ ਕਲਾਸਾਂ ਲੱਗਣ ਲੱਗ ਗਈਆਂ, ਮਹਿਲਾਵਾਂ ਉੱਥੋਂ ਮੁੜਨਗੀਆਂ, ਬੱਚੇ ਤਿਆਰ ਕਰਨੇ ਨੇ ਜਾਂ ਹੋਰ ਆ। ਇਹ ਤੁਹਾਨੂੰ ਲੱਗ ਰਿਹਾ ਇੱਦਾਂ ਦੀਆਂ ਗੱਲਾਂ ਪ੍ਰਚਾਰ ਹੋ ਰਿਹਾ ਸੋਸ਼ਲ ਮੀਡੀਆ ਤੇ? ਮੀਡੀਆ ਆਪਦੀ ਸਮਝ ਮੁਤਾਬਕ ਕੀ ਕਹਿ ਰਿਹਾ ਉਹ ਗੱਲ ਵੱਖਰੀ ਆ, ਪਰ ਮੈਂ ਨਿੱਜੀ ਤੌਰ 'ਤੇ ਇਹ ਗੱਲ ਸਮਝਦਾ ਵੀ ਸਕੂਲ ਲੱਗਣ ਨਾਲ ਸਾਡੀ ਜਿਹੜੀ ਐਜੀਟੇਸ਼ਨ ਹੈ ਕੋਈ ਕਮਜ਼ੋਰ ਨਹੀਂ ਹੁੰਦੀ। ਅਸੀਂ ਇਹ ਤਾਂ ਪਹਿਲੇ ਤੋਂ ਹੀ ਮੰਗ ਕਰਦੇ ਹਾਂ। ਅਸੀਂ ਤਾਂ ਵੀ ਸਕੂਲ ਲੱਗਣੇ ਚਾਹੀਦੇ ਨੇ,
ਬੱਚਿਆਂ ਦੀ ਪੜ੍ਹਾਈ ਹੈ ਜਿਹੜੀ ਖਰਾਬ ਹੋ ਰਹੀ ਹੈ। ਐਜੂਕੇਸ਼ਨ ਆਪਦੇ ਥਾਂ ਹੈ, ਪੜ੍ਹਾਈ ਆਪਦੇ ਥਾਂ ਹੈ, ਤੇ ਅਸੀਂ ਕਹਿੰਦੇ ਵੀ ਪੜ੍ਹਾਈ ਹੋਣੀ ਚਾਹੀਦੀ ਹੈ, ਤੇ ਉਸ ਐਜੂਕੇਸ਼ਨ ਦਾ ਕੋਈ ਫਰਕ ਨਹੀਂ ਪੈਂਦਾ, ਨਾ ਫੇਲ ਹੋਵੇ ਕੋਈ। ਅੱਗੇ ਕੀ ਲੱਗ ਰਿਹਾ ਜਿਹੜੀ 26 ਦੀ ਕਾਲ ਦਿੱਤੀ ਗਈ ਆ ਉਸ ਸੰਬੰਧੀ ਪਿੰਡਾਂ 'ਚ ਕਿੱਦਾਂ ਦੀਆਂ ਤਿਆਰੀਆਂ ਨੇ? ਆਪਣੇ ਜਿਹੜਾ ਬਲਾਕ ਆ ਭਾਰਸੋਂ ਬਲਾਕ ਚੋਂ ਕਿੰਨੇ ਕੁ ਟਰੈਕਟਰ ਜਾ ਰਹੇ ਨੇ ਦਿੱਲੀ ਨੂੰ? 26 ਤਰੀਕ ਦੀਆਂ ਸਾਡੀਆਂ ਤਿਆਰੀਆਂ ਪੂਰੀਆਂ ਮੁਕੰਮਲ ਨੇ ਜੀ। 21 ਤਰੀਕ ਤੋਂ ਲੈ ਕੇ 24 ਤਰੀਕ ਤੱਕ ਦੇ ਵਿੱਚ ਜੀ। ਸਾਡੀਆਂ ਇੱਥੋਂ ਕਿਸਾਨ ਬੀਬੀਆਂ ਵੀ, ਕਿਸਾਨ ਵੀ ਤੇ ਟਰੈਕਟਰ ਟਰਾਲੀਆਂ ਜੀ। ਹਜ਼ਾਰਾਂ ਦੀ ਗਿਣਤੀ ਜੋ ਕੱਲ੍ਹ ਪਟਿਆਲੇ ਜ਼ਿਲ੍ਹੇ ਤੋਂ ਜਾਣਗੇ ਜੀ। ਤੇ ਲੋਕਾਂ 'ਚ ਬਹੁਤ ਉਤਸ਼ਾਹ ਹੈ, ਤੇ ਇਸ ਗੱਲ ਨੂੰ ਅਸੀਂ ਮਹਿਸੂਸ ਕਰਦੇ ਵੀ ਸਾਡੀ ਜਿਹੜੀ ਲੜਾਈ ਹੈ ਇਹ ਨੇੜੇ ਲੱਗ ਚੁੱਕੀ ਹੈ, ਤੇ ਇੱਥੋਂ ਦੇ ਹਾਕਮਾਂ ਦਾ ਜੋ ਕੁਝ ਭੁਲੇਖਾ ਸੀ ਤੇ 26 ਤਰੀਕ ਨੂੰ ਅਸੀਂ ਉਹ ਵੀ ਉਹਨਾਂ ਦਾ ਬਾਹਰ ਕੱਢ ਦਾਂਗੇ। ਜੀ। ਲੱਗਦਾ ਹੈ ਕੋਈ ਇਦਾਂ ਦੀ ਅਨੁਮਤੀ ਮਿਲੂਗੀ ਪ੍ਰਦਰਸ਼ਨ ਕਰਨ ਦੀ, ਕਿਉਂਕਿ ਸੁਪਰੀਮ ਕੋਰਟ 'ਚ ਸਰਕਾਰ ਵੱਲੋਂ ਇੱਕ ਅਰਜ਼ੀ ਦਾਇਰ ਕੀਤੀ ਗਈ ਸੀ ਬਈ ਇਹ ਹਾਲਾਤ ਖਰਾਬ ਹੋ ਸਕਦੇ ਨੇ, ਜਿਹੜੇ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਪ੍ਰਦਰਸ਼ਨ ਕਰਨ ਨੂੰ ਉਹਨੂੰ ਰੋਕਿਆ ਜਾਵੇ, ਤੇ ਸੁਪਰੀਮ ਕੋਰਟ ਨੇ ਕਹਿਤਾ ਵੀ ਇਹ ਦੇਖਣਾ ਪੁਲਿਸ ਪ੍ਰਸ਼ਾਸਨ ਦਾ ਕੰਮ ਆ, ਪੁਲਿਸ ਪ੍ਰਸ਼ਾਸਨ ਦੇਖੇ। ਲੱਗਦਾ ਪੁਲਿਸ ਪ੍ਰਸ਼ਾਸਨ ਅਨੁਮਤੀ ਦਊਗੀ? ਪ੍ਰਸ਼ਾਸਨ ਨਾ ਦੇਵੇ ਇਜਾਜ਼ਤ ਤੋਂ ਗੱਲ ਵੱਖਰੀ ਹੈ ਜੀ। ਪਰ ਸਾਡੇ ਕਿਸਾਨਾਂ ਦਾ ਇੱਕ ਇਤਿਹਾਸ ਹੈ। ਅਸੀਂ 47 ਦਿਨ ਲਗਾਤਾਰ ਬਰਨਾਲੇ ਦੀ ਜੇਲ੍ਹ ਮੂਹਰੇ ਲੜਾਈ ਲੜੀ ਸਾਡੇ ਆਗੂ ਨੂੰ ਛਡਾਉਣ ਵਾਸਤੇ। ਜੀ। 47 ਦਿਨਾਂ 'ਚ ਉੱਥੋਂ ਦਾ ਪ੍ਰਸ਼ਾਸਨ ਸਾਫ਼ ਕਰ ਦੇਵੇ ਵੀ ਸਾਡੇ ਕਿਸਾਨਾਂ ਨੇ ਕੋਈ ਇੱਕ ਪੱਤਾ ਵੀ ਤੋੜਿਆ ਹੋਵੇ ਉੱਥੇ ਕੋਈ, ਜਾਂ ਕਿਸੇ ਨੂੰ ਕੋਈ ਝਰੀਟ ਵੀ ਆਉਣ ਦਿੱਤੀ ਹੋਵੇ। ਹੁਣ 53 ਦਿਨ 52 ਦਿਨ ਹੋ ਗਏ ਦਿੱਲੀ 'ਚ ਬੈਠਿਆਂ ਨੂੰ, ਤੇ ਸਾਨੂੰ ਕੋਈ ਦੱਸ ਦੇਵੇ ਵੀ ਮੁਲਕ ਦੇ ਕਿਸਾਨਾਂ ਨੇ ਇੱਥੇ ਆ ਕੇ ਨੁਕਸਾਨ ਕਰਤਾ। ਸ਼ਾਂਤਮਈ ਤਰੀਕੇ ਨਾਲ ਐਜੀਟੇਸ਼ਨ ਚੱਲ ਰਹੀ ਹੈ, ਸ਼ਾਂਤਮਈ ਤਰੀਕੇ ਨਾਲ ਚੱਲੂਗੀ, ਤੇ ਉੱਥੇ ਦਿੱਲੀ 'ਚ ਜੇ ਇੱਥੋਂ ਦੀਆਂ ਸਰਕਾਰਾਂ ਬਾਹਰਲੇ ਮੁਲਕਾਂ ਤੋਂ ਲੋਕਾਂ ਨੂੰ ਬੁਲਾ ਸਕਦੀਆਂ ਨੇ ਉੱਥੇ ਸਮਾਗਮਾਂ ਤੇ ਪੰਜਾਬ ਦਾ ਕਿਸਾਨ ਕਿਉਂ ਨਹੀਂ ਜਾ ਸਕਦਾ? ਜੀ। ਤੇ ਅਸੀਂ ਆਪਣੀ ਪਰੇਡ ਕਰਾਂਗੇ, ਤੇ ਜੋ ਹੁਕਮ ਉਹ ਸਾਂਝੇ ਮੋਰਚੇ ਵੱਲੋਂ ਆਊਗਾ, ਕਿੱਧਰ ਦੀ ਜਾਣਾ ਹੈ, ਕੀ ਪਲੇਨ ਬਣਾਉਣੀ ਹੈ, ਉਸ ਮੁਤਾਬਕ ਸਾਰੇ ਪੰਜਾਬ ਦੇ ਜਿਹੜੇ ਕਿਸਾਨ ਨੇ ਓਕਣੇ ਚੱਲਣਗੇ। ਜੀ। NIA ਵੱਲੋਂ ਜਿਹੜੇ ਉੱਥੇ ਜਥੇਬੰਦੀਆਂ ਵੱਲੋਂ ਲੰਗਰ ਲਗਾਏ ਗਏ ਨੇ, ਜਿਹੜੀਆਂ ਆਪਣਾ ਹੋਰ ਵੀ ਜਿਹੜੇ ਗਰੁੱਪ ਨੇ ਉੱਥੇ ਮਾਲੀ ਮਦਦ ਦੇ ਰਹੇ ਨੇ ਜਾਂ NGO ਚਲਾ ਰਹੇ ਨੇ, ਉੱਥੇ ਡਾਕਟਰ ਨੇ, ਉਹਨਾਂ ਨੂੰ ਵੀ ਇਦਾਂ ਦੇ NIA ਵੱਲੋਂ ਨੋਟਿਸ ਭੇਜੇ ਗਏ ਨੇ, ਉਹਨਾਂ ਦਾ ਪੜਤਾਲ ਕੀਤੀ ਜਾ ਰਹੀ ਹੈ ਵੀ ਫੰਡ ਕਿੱਥੋਂ ਆ ਰਿਹਾ ਹੈ, ਕੀ ਇਦਾਂ ਹੈਰਾਨ ਪਰੇਸ਼ਾਨ ਕਰਿਆ ਜਾ ਰਿਹਾ ਹੈ, ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਸਰਕਾਰ ਨੇ ਉੱਥੇ ਹਰੇਕ ਕੁਝ ਦੀ ਹਰਕਤ ਕੀਤੀ ਹੈ ਵੀ ਕਿਵੇਂ ਨਾ ਕਿਵੇਂ ਜਿਹੜਾ ਸੰਘਰਸ਼ ਹੈ ਇਹਨੂੰ ਪੁੱਠਾ ਗੜਾ ਦੇ ਦਈਏ। ਤੇ ਪਹਿਲਾਂ ਸਾਨੂੰ ਅੱਤਵਾਦੀ ਕਹਿੰਦੇ ਰਹੇ, ਮਾਓਵਾਦੀ ਕਹਿੰਦੇ ਰਹੇ, ਤੇ ਕੋਈ ਕਹਿੰਦੇ ਇਹਨੂੰ ਪੈਸਾ ਪਾਕਿਸਤਾਨ ਤੋਂ ਆਉਂਦਾ, ਕੋਈ ਚੀਨ ਤੋਂ ਆਉਂਦਾ, ਤੇ ਸਾਡਾ ਉੱਥੇ ਡਾਕਟਰਾਂ ਦੇ ਕੈਂਪ ਵੀ ਲੱਗੇ ਹੋਏ ਨੇ, ਦਵਾਈਆਂ ਦੇ ਕੈਂਪ ਲੱਗੇ ਹੋਏ ਨੇ, ਲੰਗਰ ਤਾਂ ਚੱਲ ਰਹੇ ਨੇ, ਤੇ ਇਹਦੇ ਵਾਸਤੇ ਸਰਕਾਰ ਨੇ ਹਰ ਹੀਲਾ ਹਰਬਾ ਵਰਤਿਆ ਵੀ ਕਿਵੇਂ ਨਾ ਕਿਵੇਂ ਸੰਘਰਸ਼ ਮੱਠਾ ਪੈ ਜਾਵੇ। ਤੇ ਇਸੇ ਤਰ੍ਹਾਂ ਹੁਣ ਜੋ ਸਾਡੇ ਟਰਾਂਸਪੋਰਟਰ ਭਰਾ ਨੇ, ਤੇ ਉਹਨਾਂ ਨੇ ਕਿਸਾਨਾਂ ਨੂੰ ਮਤਲਬ ਲਿਜਾਣ ਦੀ ਫ੍ਰੀ ਸੇਵਾ ਕੀਤੀ ਹੈ, ਤੇ ਗੌਰਮੈਂਟ ਦਾ ਇਹਦੇ ਤੇ ਵੀ ਇਹੀ ਹਰਬ ਹੈ ਵੀ ਜਿਹੜੇ ਲੋਕ ਕਿਸਾਨਾਂ ਦੀ ਹਮਾਇਤ ਕਰਦੇ ਨੇ ਜਾਂ ਇਹਨਾਂ ਨੂੰ ਆਉਣ ਜਾਣ ਦਾ ਸਾਧਨ ਦਿੰਦੇ ਨੇ, ਤੇ ਉਹਨਾਂ ਨੂੰ ਡਰਾ ਧਮਕਾ ਕੇ ਘਰੇ ਬਹਿ ਜਾਈਏ। ਤੇ ਲੇਕਿਨ ਤੇ ਗੌਰਮੈਂਟ ਇਹ ਗੱਲ ਨੂੰ ਨੋਟ ਕਰ ਲਵੇ, ਖੁਫੀਆ ਏਜੰਸੀਆਂ ਗੱਲ ਨੂੰ ਨੋਟ ਕਰ ਲੈਣ, ਤੇ ਸਾਡੇ ਜਿਹੜੇ ਪੰਜਾਬੀ ਭਰਾ ਨੇ ਇਹ ਸੇਵਾ ਪਿੱਛੋਂ ਕਦੇ ਨਾ ਕਦੇ ਪਿੱਛੇ ਹਟੇ ਨੇ, ਨਾ ਕਦੇ ਹਟਣਗੇ। ਤੇ ਕੱਲ੍ਹ ਕਲਾ ਨੂੰ ਜੇ ਉਹਨਾਂ 'ਤੇ ਕੋਈ ਵਿਪਤਾ ਪੈਂਦੀ ਹੈ ਤਾਂ ਇੱਥੋਂ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਤੇ ਉਹਨਾਂ ਦੇ ਨਾਲ ਖੜਾਂਗੇ ਅਸੀਂ ਡਟ ਕੇ। ਜੀ। ਹਰ ਇੱਕ ਦੀ ਸਪੋਰਟ ਕੀਤੀ ਜਾਊਗੀ, ਕਿਉਂਕਿ ਕਈ ਪੱਤਰਕਾਰਾਂ ਨੂੰ ਵੀ ਨੋਟਿਸ ਆ ਗਏ ਨੇ ਇਸ ਸੰਬੰਧੀ ਬਈ ਤੁਸੀਂ ਇੱਥੇ ਜਿਹੜਾ ਸੰਘਰਸ਼ ਚੱਲ ਰਿਹਾ ਉਸ ਨੂੰ ਕਿਸ ਤਰ੍ਹਾਂ ਦਿਖਾ ਰਹੇ ਹੋ, ਜਾਂ ਉਹ ਪੱਤਰਕਾਰਾਂ ਕੋਲ ਵੀ ਬਾਹਰੋਂ ਫੰਡਿੰਗ ਆ ਰਹੀ ਆ, ਉਹ ਮਾਲੀ ਮਦਦ ਕਰ ਰਹੇ ਨੇ, ਉਹਨਾਂ ਨੂੰ ਵੀ ਨੋਟਿਸ ਆ ਗਏ ਨੇ। ਪੱਤਰਕਾਰ ਭਾਈਚਾਰਾ ਜਿਹੜਾ ਸਾਡਾ, ਤੇ ਉੱਥੇ ਸਾਡੇ ਨਾਲ ਮੋਢਾ ਜੋੜ ਕੇ ਬੈਠਾ ਉਹ, ਤੇ ਸਾਡੇ ਤੇ ਕਿਸੇ ਪੱਤਰਕਾਰ ਭਾਈਚਾਰੇ ਨੂੰ ਕਿਸੇ ਪੱਖੋਂ ਕੋਈ ਝਰੀਟ ਵੀ ਆਉਂਦੀ ਹੈ ਤਾਂ ਅਸੀਂ ਪ੍ਰੈਸ ਨਾਲ ਉਵੇਂ ਖੜਾਂਗੇ ਜਿਵੇਂ ਹੁਣ ਪ੍ਰੈਸ ਸਾਡੇ ਨਾਲ ਖੜੀ ਹੈ, ਤੇ ਇਸ ਗੱਲ ਦੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਕੋਈ। ਤੇ ਅਸੀਂ ਪ੍ਰੈਸ ਨੂੰ, ਮੀਡੀਆ ਨੂੰ ਬੇਨਤੀ ਕਰਦੇ ਹਾਂ ਵੀ ਨਿਰਪੱਖ ਹੋ ਕੇ ਆਪਦੀ ਕਵਰੇਜ ਕਰੋ, ਤੇ ਤੁਹਾਡੀ ਹਵਾ ਕਿ ਨਹੀਂ ਕੋਈ ਨਹੀਂ ਚੱਕੂਗਾ। ਜੀ ਜੀ, ਧੰਨਵਾਦ ਜੀ। ਸਾਡੇ ਨਾਲ ਹੋਰ ਵੀ ਕਿਸਾਨ ਆਗੂ ਨੇ, ਉਹਨਾਂ ਨਾਲ ਕਰਦੇ ਹਾਂ ਗੱਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਨਾਮ ਹੈ ਜੀ? ਅਕਾਲ। ਮੇਰਾ ਨਾਮ ਗੁਰਜੰਟ ਸਿੰਘ ਹੈ ਜੀ, ਮੈਂ ਇਕਾਈ ਦਾ ਪ੍ਰਧਾਨ ਹਾਂ ਪਿੰਡ ਦਰਗਾਪੁਰ ਜੀ। ਗੁਰਜੰਟ ਸਿੰਘ, ਕਿਸ ਤਰ੍ਹਾਂ ਦੇਖ ਰਹੇ ਹੋ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਹੈ, ਕਾਲ ਦਿੱਤੀ ਗਈ ਆ 26 ਦੀ, ਤੇ ਕੀ ਕਹੇਂਗੇ ਹੋ? ਉਹਦੇ ਬਾਰੇ ਜੀ ਦੇਖੋ, ਹੁਣ ਪਹਿਲਾਂ ਸਾਡੇ ਆਗੂ ਕਹਿ ਕੇ ਗਏ ਨੇ
ਇਹ ਸਰਕਾਰਾਂ ਬਹੁਤ ਹੱਥ ਕੰਡੇ ਬਣਾਉਂਦੀਆਂ ਨੇ। ਜਿਵੇਂ ਕੁਐਸਚਨ ਕਰੇ ਜੀ ਐਨਆਈ ਦਾ ਫੰਡ ਆਉਂਦਾ ਜੀ, ਸਾਡੀਆਂ ਬੱਸਾਂ ਵੀ ਬੰਦ ਕਰਤੀਆਂ ਇਹਨਾਂ ਨੇ, ਟਰਾਂਸਪੋਰਟ ਜਹਾਜ਼ ਵਾਲਿਆਂ ਦੀਆਂ। ਉਹ ਸਿਰਫ ਇਹ ਦੇਖਦੇ ਨੇ ਵੀ ਕਿਸ ਤਰ੍ਹਾਂ ਇਹਨਾਂ ਦਾ ਅਸੀਂ ਸੰਘਰਸ਼ ਖੰਡਾਈਏ ਕਿਸਾਨਾਂ ਦਾ। ਪਰ ਲੇਕਿਨ ਹੁਣ ਤੁਸੀਂ ਦੇਖ ਰਹੇ ਹੋ ਪੱਤਰਕਾਰ ਭਾਈਚਾਰਾ, ਕਿਤੇ ਵੀ ਅਸੀਂ ਪਹਿਲਾਂ ਟੋਲ ਪਲਾਜੇ ਤੇ ਰਿਲਾਇੰਸ ਪੰਪ ਤੇ ਬੈਠੇ ਰਿਹਾ, ਕੋਈ ਵੀ ਸਾਡੇ ਖਿਲਾਫ ਕੋਈ ਵੀ ਸ਼ਿਕਾਇਤ ਨਹੀਂ ਵੀ ਸਾਡੇ ਕਿਸੇ ਵੀ ਵਰਕਰ ਨੇ, ਕਿਸੇ ਵੀ ਕਿਸਾਨ ਆਗੂ ਨੇ ਕੋਈ ਉਹਨਾਂ ਦਾ ਕੋਈ ਇੱਕ ਪੱਤਾ ਵੀ ਸੀ ਨੇ ਤੋੜਿਆ ਹੋਵੇ। ਪਰ ਲੇਕਿਨ ਇਹ ਹੱਥ ਕੰਡੇ ਬਣਾ ਰਹੀਆਂ ਨੇ। ਅਸੀਂ ਉਹਦਾ ਸ਼ਾਂਤੀਪੂਰਵਕ ਧਰਨਾ ਦੇਵਾਂਗੇ। ਸਾਡੇ ਕੋਲੇ ਆਪਦੇ ਪਹੁੰਚ ਨੇ, ਘਰ ਘਰ ਗੱਡੀਆਂ ਖੜੀਆਂ ਨੇ ਤੇ ਆਪਣੀਆਂ ਬੱਸਾਂ ਰਾਹੀਂ ਅਸੀਂ ਜੋ ਵੀ ਜਿਵੇਂ ਵੀ ਅਸੀਂ ਕਰਾਂਗੇ, ਅਸੀਂ ਹਰ ਹਿੱਲੇ ਉੱਥੇ ਪਹੁੰਚਾਂਗੇ। ਜੀ ਧੰਨਵਾਦ ਜੀ। ਹੋਰ ਵੀ ਸਾਡੇ ਨਾਲ ਕਿਸਾਨ ਆਗੂ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਰਾਮ ਸਿੰਘ ਜੀ। ਰਾਮ ਸਿੰਘ ਜੀ, ਕੀ ਕਹੇਂਗੇ ਉਹ ਸੈਂਟਰ ਸਰਕਾਰ ਦਾ ਜੋ ਰਵੱਈਆ ਹੈ, ਹਰ ਇੱਕ ਵਰਗ ਅੱਜ ਕਹਿ ਰਿਹਾ ਹੈ ਬਈ ਇਹ ਕਾਲੇ ਕਾਨੂੰਨ ਨੇ, ਕਿਸਾਨਾਂ ਦੀ ਡੈਥ ਦੇ ਵਾਰੰਟ ਨੇ, ਇਹ ਰੱਦ ਹੋਣੇ ਚਾਹੀਦੇ ਨੇ। ਪਰ ਸੈਂਟਰ ਸਰਕਾਰ ਆਪਣੀ ਅੜੀਅਲ ਸੋਚ ਤੇ ਅੜੀ ਹੋਈ ਆ, ਕਹਿ ਰਹੇ ਨੇ ਕਾਨੂੰਨ ਜਿਹੜੇ ਕਾਨੂੰਨ ਨੇ ਆਮਦਨ ਦੁੱਗਣੀ ਕਰਨਗੇ। ਕੀ ਕਹੇਂਗੇ ਉਹ? ਦੇਖੋ, ਜਿਹੜੇ ਕਾਨੂੰਨ ਨੇ ਨਾ, ਮਸਲਾ ਕਾਨੂੰਨਾਂ ਦੇ ਨੇ, ਮਸਲਾ ਇਸ ਦੇਸ਼ ਦੇ ਲੋਕਾਂ ਦੀ ਰੋਟੀ ਦਾ ਜੀ, ਵੀ ਇਹਨਾਂ ਨੂੰ ਰੋਟੀ ਕਿਵੇਂ ਮਿਲੇ ਜੀ। ਸਰਕਾਰ ਇਹਨਾਂ ਕਾਨੂੰਨਾਂ ਰਾਹੀਂ ਦੇਸ਼ ਦੇ ਲੋਕਾਂ ਦੀ ਰੋਟੀ ਖੋਣ ਜਾ ਰਹੀ ਹੈ ਜੀ, ਕਿਉਂਕਿ ਰੋਟੀ ਖੇਤ 'ਚੋਂ ਪੈਦਾ ਹੋਣੀ ਹੈ, ਪੈਦਾ ਕਿਸਾਨ ਨੇ ਕਰਨੀ ਹੈ। ਉਹ ਕਿਤੇ ਵੀ ਹੈ, ਚਾਹੇ ਸਾਰੇ ਸੰਸਾਰ 'ਚ ਹੈ, ਕਿਸਾਨ ਹੀ ਪੈਦਾ ਕਰੂਗਾ ਤੇ ਖੇਤ 'ਚੋਂ ਹੀ ਪੈਦਾ ਹੋਊਗੀ ਤੇ ਕਿਸਾਨ ਹੀ ਰੋਟੀ ਦਾ ਹੀਲਾ ਜੀ। ਉਸੇ ਪਰੇ ਸਰਕਾਰ ਨੇ ਹੱਲਾ ਬੋਲਿਆ ਜੀ, ਕਿਉਂਕਿ ਤਕਰੀਬਨ ਮਾਰਚ 2022 ਨੂੰ ਇੱਥੇ ਲਾਕਡਾਊਨ ਲੱਗ ਗਿਆ। ਲਾਕਡਾਊਨ ਲੱਗਣ ਤੋਂ ਬਾਅਦ ਜਿੰਨੇ ਵੀ ਖੇਤਰ ਨੇ ਦੇਸ਼ ਦੇ, ਸਾਰੇ ਹੀ ਘਾਟੇ 'ਚ ਗਏ ਨੇ। ਸਿਰਫ ਇਕੱਲੀ ਖੇਤੀ ਖੇਤਰ ਹੈ ਜਿਹਦੇ ਵਿੱਚ ਤਰੱਕੀ ਹੋਈ ਹੈ ਜੀ। ਸੋ ਉਸੇ ਖੇਤਰ ਤੇ ਲਾਲਾਂ ਗਿਰਦੀਆਂ ਨੇ ਵੱਡੇ ਵੱਡੇ ਕਾਰਪੋਰੇਟਰਾਂ ਦੀਆਂ ਜੀ, ਵੱਡੇ ਵੱਡੇ ਅਡਾਨੀਆਂ ਦੀਆਂ, ਅੰਬਾਨੀਆਂ ਦੀਆਂ, ਬਾਹਰਲੇ ਮੁਲਕਾਂ ਦੀਆਂ ਕੰਪਨੀਆਂ ਦੇ ਲਾਲਾਂ ਗਿਰਦੀਆਂ ਨੇ। ਕਿਉਂ ਗਿਰਦੀਆਂ ਨੇ? ਕਿਉਂਕਿ ਰੋਟੀ ਬਿਨਾਂ ਕਿਸੇ ਨੂੰ ਸਰਨਾ ਨਹੀਂ ਜੀ। ਸਰੀਰ ਨੇ ਰੋਟੀ ਬਿਨਾਂ ਚੱਲਣਾ ਨਹੀਂ ਜੀ, ਠੀਕ ਹੈ ਨਾ। ਤੇ ਰੋਟੀ ਦੇ ਬਿਨਾਂ ਜਦੋਂ ਇਸ ਨੇ ਚੱਲਣਾ ਨਹੀਂ ਹੈ ਤੇ ਰੋਟੀ ਖੇਤ 'ਚੋਂ ਪੈਦਾ ਹੋਣੀ ਹੈ। ਸੋ ਇਸ ਕਰਕੇ ਉਹ ਚਾਹੁੰਦੇ ਨੇ ਸਾਰੇ ਇਸ ਗੱਲ ਨੂੰ ਵੀ ਉਹ ਖੇਤਰ ਤੇ ਕਿਉਂ ਨਾ ਕਬਜ਼ਾ ਕੀਤਾ ਜਾਵੇ ਜਿਸ ਬਿਨਾਂ ਇਨਸਾਨੀਅਤ ਨੂੰ ਸਰਦਾ ਨਹੀਂ ਹੈ ਜੀ। ਸਮਝ ਗਏ ਨਾ। ਉਸ ਖੇਤਰ ਤੇ ਕਬਜ਼ਾ ਕਰਕੇ ਇਹਦੇ ਚੋਂ ਲੱਖਾਂ ਰੁਪਏ ਕਮਾਉਣ ਨੂੰ ਨੇ ਉਹ ਕੰਪਨੀਆਂ ਨੂੰ। ਜਿਵੇਂ ਵੱਡਾ ਖੇਤਰ ਹੁਣ ਰੁਪਏ ਕੌਣ ਕਮਾ ਰਿਹਾ, ਫਾਰਮਾਸਿਊਟੀਕਲ ਜਿਹੜਾ ਖੇਤਰ ਹੈ ਨਾ, ਇਸ ਟਾਈਮ ਪੂਰੀ ਦੁਨੀਆ ਤੇ ਸਭ ਤੋਂ ਵੱਧ ਪੈਸਾ ਕਮਾ ਰਿਹਾ। ਹੁਣ ਤੁਹਾਡੇ ਕੋਲ ਕਰੋਨਾ ਦਾ ਟੀਕਾ ਉਹਨਾਂ ਨੇ ਕਰਿਆ, ਕਰੋੜਾਂ ਅਰਬਾਂ ਰੁਪਈਆ ਉਹਨਾਂ ਨੇ ਕਮਾ ਲੈਣਾ ਇਸ ਦੇ ਵਿੱਚੋਂ, ਠੀਕ ਹੈ। ਸੋ ਇਸ ਕਰਕੇ ਇਸ ਖੇਤਰ ਦੇ ਵਿੱਚੋਂ, ਖਾਸ ਕਰਕੇ ਇੰਡੀਆ ਦੇ ਵਿੱਚ, ਕਿਉਂਕਿ ਇੰਡੀਆ ਦੇ ਵਿੱਚ ਖੇਤੀ ਖੇਤਰ ਦੇ ਵਿੱਚੋਂ ਜੋ ਕੰਪਨੀਆਂ ਪੈਸਾ ਇਹ 'ਚ ਲਾ ਕੇ ਕਮਾਉਣਗੀਆਂ, ਇੱਥੇ ਉਸ ਚੀਜ਼ ਦੀ ਲਾਗਤ ਹੈ। ਕਿਉਂਕਿ ਸਾਡੀ ਆਬਾਦੀ 138 ਕਰੋੜ ਹੈ। ਮਤਲਬ ਕੋਈ ਚੀਜ਼ ਪੈਦਾ ਕਰਨੀ ਸਕਾਲੀ ਹੈ, ਲੇਕਿਨ ਉਹਦੀ ਮਾਰਕੀਟ ਲੱਭਣੀ ਕਿੱਥੇ, ਕਦ ਨੂੰ ਖਪਤ ਕਰੀਏ, ਇਹ ਬਹੁਤ ਔਖਾ ਕੰਮ ਹੈ। ਇੱਥੇ ਜ਼ਿਆਦਾ ਆਬਾਦੀ ਹੋਣ ਕੇ ਮਾਰਕੀਟ ਵੀ ਹੈ ਖੇਤੀ ਉਪਜਾਂ ਦੀ ਨਾਲ ਦੀ ਨਾਲ। ਸੋ ਇਸ ਕਰਕੇ ਉਹ ਇਸ ਸਪੇਸ ਤੇ ਕਬਜ਼ਾ ਕਰਨੇ ਚਾਹੁੰਦੇ ਨੇ। ਔਰ ਜੇ ਮੈਂ ਕਹਾਂ ਵੀ ਜਿਵੇਂ ਕੁਹਾੜਾ ਲੱਕੜ ਦਾ ਹੁੰਦਾ, ਲੇਕਿਨ ਜਿਹੜਾ ਕੁਹਾੜਾ ਲੋਹੇ ਦਾ ਹੁੰਦਾ, ਜਿਹੜਾ ਦਸਤਾ ਉਹ ਲੱਕੜ ਦਾ ਹੁੰਦਾ। ਉਹ ਆਉਂਦਾ ਦਰਖਤਾਂ ਦੇ ਵਿੱਚੋਂ ਦਸਤਾ, ਪਰ ਕੁਹਾੜਾ ਕੱਲਾ ਕਦੇ ਵੜਦਾ ਨਹੀਂ ਜੇ ਦਸਤਾ ਨਾ ਹੋਵੇ। ਸੋ ਸਾਡੀ ਸਰਕਾਰ ਉਹ ਕੁਹਾੜਾ ਰੂਪੀ ਜੋ ਕੰਪਨੀਆਂ ਨੇ ਉਹਦੇ ਵਿੱਚ ਦਸਤਾ ਬਣ ਕੇ ਆਪ ਪੈ ਰਹੀਆਂ ਨੇ ਔਰ ਦੇਸ਼ ਨੂੰ ਬਰਬਾਦ ਕਰਨ ਜਾ ਰਹੀਆਂ ਨੇ ਔਰ ਇਸ ਖੇਤਰ ਨੂੰ ਬਰਬਾਦ ਕਰਨ ਜਾ ਰਹੀਆਂ ਨੇ ਔਰ ਇਸ ਇਨਸਾਨ ਦੇ ਮੂਹਰੋਂ ਥਾਲੀ ਚੱਕਣ ਜਾ ਰਹੀਆਂ ਨੇ। ਸੋ ਇਸ ਕਰਕੇ ਇਹਨੂੰ ਜਿੰਨੀਆਂ ਵੀ ਕੋਈ ਅੱਜ ਤੋਂ ਕੋਈ 500-700 ਪਹਿਲਾਂ ਹੁਣੇ ਨਹੀਂ ਹੋਇਆ, ਇੱਕ ਮਤਲਬ ਵੱਡੀਆਂ ਇੱਥੇ ਲਹਿਰਾਂ ਉੱਠੀਆਂ ਨੇ, ਵੱਡੇ ਲੋਕਾਂ ਤੇ ਮਤਲਬ ਹਮਲੇ ਹੋਏ ਨੇ। ਉਹਦੇ 'ਚ ਸਾਡੀ ਜਿਹੜੀ ਸ਼ੁਰੂਆਤ ਸੀ ਹਮੇਸ਼ਾ ਹੀ ਪੰਜਾਬ ਵਿੱਚੋਂ ਹੋਈ ਹੈ। ਚਾਹੇ ਬਾਹਰੀ ਹਮਲੇ ਤੇ, ਬਾਹਰੀ ਹਮਲਿਆਂ ਨੂੰ ਵੀ ਪੰਜਾਬ ਨਹੀਂ ਰੋਕਿਆ। ਅਹਿਮਦ ਸ਼ਾਹ ਅਬਦਾਲੀ ਨੂੰ ਇੰਨੀ ਮਾਰ ਮਾਰੀ 18ਵੇਂ ਹਮਲੇ ਦੇ ਵਿੱਚ, ਮੁੜ ਕੇ ਮੂੰਹ ਨਹੀਂ ਕੀਤਾ ਉਹਨੇ ਦੇਸ਼ ਵੱਲ ਨੂੰ। ਸੋ ਇਸ ਕਰਕੇ ਪੰਜਾਬ 'ਚੋਂ ਹੀ ਉੱਠਣੀ ਸੀ ਇਹ ਚਿਣਗ ਔਰ ਪੰਜਾਬ 'ਚੋਂ ਹੀ ਉੱਠੀ ਹੈ। ਹੁਣ ਪੂਰਾ ਦੇਸ਼ ਇਹਦੇ ਨਾਲ ਜੁੜਿਆ ਹੋਇਆ, ਹਰ ਬੰਦਾ ਬੱਚਾ ਸਮਝ ਚੁੱਕਿਆ। ਪਰ ਮੈਂ ਇੱਕ ਬੇਨਤੀ ਕਰੂੰਗਾ ਇਹਦੇ 'ਚ, ਸਾਡਾ ਨੌਜਵਾਨੀ ਵਰਗ ਹੈ ਜਿਹੜਾ, ਉਹਨੂੰ ਮੇਰੀ ਖਾਸ ਬੇਨਤੀ ਹੈ। ਖਾਸ ਬੇਨਤੀ ਇਹ ਹੈ ਵੀ ਤੁਹਾਡੇ ਜੋਸ਼ ਬਹੁਤ ਹੈ, ਜੋਸ਼ ਇੰਨਾ ਹਾਵੀ ਨਾ ਹੋ ਜਾਵੇ ਕਿ ਹੋਸ਼ ਨਾ ਰਹੇ। ਹੋਸ਼ ਨੂੰ ਮਤਲਬ ਸੰਭਾਲਣਾ ਬਹੁਤ ਜ਼ਰੂਰੀ ਹੈ। ਸਾਡੇ ਕੋਲ ਇਤਿਹਾਸ ਹੈ, ਸਾਡਾ ਗੁਰੂ ਕਾ ਬਾਗ ਦਾ ਮੋਰਚਾ, ਸਾਡਾ ਜੈਤੋ ਦਾ ਮੋਰਚਾ,
ਸਮਝੇ। ਤੇ ਸਾਡਾ ਮਤਲਬ ਐਡੇ ਵੱਡੇ ਵੱਡੇ ਸਾਡੇ ਕੋਲ ਇਸ ਤਰ੍ਹਾਂ ਦੇ ਸਿਧਾਂਤ ਨੇ ਵੀ ਜਿਹੜੇ ਸ਼ਾਂਤੀਪੁਰ ਤਰੀਕੇ ਨਾਲ ਜਿੱਤੇ ਗਏ ਨੇ। ਉੱਥੇ ਵੀ ਇਹਨਾਂ ਤੇ ਬਹੁਤ ਜ਼ੁਲਮ ਹੋਇਆ। ਜੈਤੋ ਦੇ ਮੋਰਚੇ ਵਿੱਚ ਕੋਈ ਬ੍ਰਿਟੇਨ ਦਾ ਕੋਈ ਲਿਖਾਰੀ ਆ ਤੇ CF ਐਂਡਰਿਊਜ਼ ਜੋ ਥਾ, ਉਹ ਕਹਿੰਦਾ ਮੈਂ ਹੈਰਾਨ ਆ, ਇਹ ਗੁਰਸਿੱਖ ਜਿਹੜਾ ਜਥਾ ਜਾਂਦਾ ਜੈਤੋ ਵੱਲ ਨੂੰ ਵੱਧਦਾ, ਇਹਨੂੰ ਪੁਲਿਸ ਇੰਨਾ ਕੁੱਟਦੀ ਆ, ਕੁੱਟ ਕੇ ਇਹਨੂੰ ਖਤਾਨਾ ਸੁੱਟ ਦਿੰਦੀ ਆ, ਜਦ ਹੋਸ਼ ਆਉਂਦੀ ਆ ਫੇਰ ਉੱਠਦੇ ਨੇ, ਇਹ ਵਾਹਿਗੁਰੂ ਵਾਹਿਗੁਰੂ ਦੀ ਕਲਾਮ ਪੜ੍ਹਦੇ ਫੇਰ ਅੱਗੇ ਵੱਧਦੇ ਨੇ। ਏਡੀਆਂ ਵੱਡੀਆਂ ਮਿਸਾਲਾਂ ਸਾਡੇ ਕੋਲ ਨੇ ਔਰ ਇਹ ਖੁਸ਼ਕਿਸਮਤੀ ਹੈ ਇਸ ਦੇਸ਼ ਦੇ ਲੋਕਾਂ ਦੀ, ਮੋਰਚਾ ਸ਼ਾਂਤੀਪੂਰਨ ਹੈ। ਜੋ ਮਾਰਚ ਆ 26 ਦਾ ਮੈਂ ਸਾਫ਼ ਕਰ ਦੇਣਾ ਚਾਹੁੰਦਾ, ਉਹ ਸਾਡੇ ਸੰਯੁਕਤ ਮੋਰਚੇ ਦੀ ਜਿਹੜੀ ਕੱਲ ਮੀਟਿੰਗ ਸੀ ਉਹ 'ਚ ਕਲੀਅਰ ਹੋ ਗਿਆ ਕਿ ਅਸੀਂ ਜਿਹੜਾ ਰਿੰਗ ਰੋਡ ਹੈ ਪੂਰੀ ਦਿੱਲੀ ਦਾ, ਉਹਦੇ ਉੱਪਰ ਅਸੀਂ ਮਾਰਚ ਕਰਾਂਗੇ। ਅਸੀਂ ਲਾਲ ਕਿਲੇ ਵੱਲ ਨਹੀਂ ਜਾਵਾਂਗੇ, ਅਸੀਂ ਪਾਰਲੀਮੈਂਟ ਹਾਊਸ ਵੱਲ ਨਹੀਂ ਜਾਵਾਂਗੇ। ਸਾਡੀ ਕੋਈ ਨਹੀਂ ਹੈ ਕਿ ਦੇਸ਼ ਦਾ ਜਿਹੜਾ ਸੰਵਿਧਾਨ ਹੈ ਇਹਦੇ ਜਿਹੜਾ ਸਮਾਗਮ ਹੋ ਰਿਹਾ ਉਹਦੇ ਵਿੱਚ ਅਸੀਂ ਗੜਬੜ ਕਰੀਏ। ਕੱਲ ਸਾਡਾ ਬਿਆਨ ਲੱਗਿਆ ਸਾਰੇ ਸਾਡੇ ਉਹਨਾਂ ਦਾ, ਰਿੰਗ ਰੋਡ ਤੇ ਅਸੀਂ ਮਾਰਚ ਕਰਨਾ ਜਿਹੜਾ ਤਕਰੀਬਨ 60 ਕਿਲੋਮੀਟਰ ਦੀ ਦੂਰੀ ਦਾ ਬਣੂਗਾ, ਉਹਦੇ ਪਰ ਸ਼ਾਂਤੀਮਈ ਮਾਰਚ ਕਰਨਾ ਔਰ ਵੱਧ ਤੋਂ ਵੱਧ ਅਸੀਂ ਉੱਥੇ ਪਹੁੰਚਣਾ, ਸ਼ਾਂਤਮਈ ਰਹੂਗਾ ਔਰ ਸ਼ਾਂਤਮਈ ਦੇ ਨਾਲ ਅਸੀਂ ਇਹਨੂੰ ਜਿੱਤ ਕੇ ਇੱਥੋਂ ਉੱਠਾਂਗੇ, ਜਿੱਤ ਕੇ ਆਵਾਂਗੇ। ਤੁਸੀਂ ਕਿਹਾ ਪਹਿਲਾਂ ਸਾਡੇ ਇਦਾਂ ਦੇ ਮੋਰਚੇ ਲੱਗੇ ਨੇ, ਇਤਿਹਾਸ ਆ, ਪਰ ਨਰਿੰਦਰ ਤੋਮਰ ਤਾਂ ਬਿਆਨ ਬਾਰ-ਬਾਰ ਇਹੀ ਦੇ ਰਹੇ ਨੇ। 19 ਦੀ ਕੱਲ ਮੀਟਿੰਗ ਹੋਣ ਜਾ ਰਹੀ ਆ, ਉਹਨਾਂ ਦਾ ਪਹਿਲਾਂ ਵੀ ਬਿਆਨ ਆਇਆ ਵੀ ਮੀਟਿੰਗਾਂ 'ਚ ਵੀ ਚਰਚਾ ਹੋਊਗੀ ਇਹਦੇ ਤੇ ਸੋਧਾਂ ਕਰਨ ਤੇ, ਪਰ ਇਹ ਰੱਦ ਨਹੀਂ ਹੋਣਗੇ। ਕੀ ਕहेंगे ਤੁਸੀਂ? ਦੇਖੋ ਮੇਰੀ ਗੱਲ ਸੁਣੋ, ਇਹ ਮੈਂ ਨਹੀਂ ਕਹਿੰਦਾ, ਅੱਜ ਤੋਂ ਕੋਈ 7-8-10 ਦਿਨ ਪਹਿਲਾਂ ਸੁਪਰੀਮ ਕੋਰਟ ਦੇ ਜੱਜਾਂ ਨੇ ਕਹਿੰਦਾ ਮੈਨੂੰ ਨਹੀਂ ਪਤਾ ਵੀ ਤੁਸੀਂ ਲੋਕਾਂ ਦੇ ਨਾਲ ਸਲਾਹ ਮਸ਼ਵਰਾ ਕੀਤਾ ਜਾਂ ਨਹੀਂ ਕੀਤਾ। ਸੁਪਰੀਮ ਕੋਰਟ ਨੇ ਕਿਹਾ ਮੈਨੂੰ ਨਹੀਂ ਪਤਾ ਤੁਸੀਂ ਕਿੰਨੇ ਲੋਕਾਂ ਨਾਲ ਬੁਲਾ ਕੇ ਇਹਦਾ ਕੋਈ ਮਸ਼ਵਰਾ ਕੀਤਾ ਜਾਂ ਨਹੀਂ ਕੀਤਾ, ਠੀਕ ਹੈ ਨਾ। ਤੇ ਫਿਰ ਉਹ ਕਹਿੰਦਾ ਵੀ ਇਹਦੇ 'ਚ ਇਹਨੂੰ ਵਾਪਸ ਲੈਣ 'ਚ ਸਰਕਾਰ ਨੂੰ ਕੀ ਦਿੱਕਤ ਹੈ, ਵੀ ਮੈਨੂੰ ਤਾਂ ਲੱਗਦਾ ਸਰਕਾਰ ਦੀ ਹੁਮ ਹੈ, ਇਦੋਂ ਵੱਧ ਕੁਝ ਵੀ ਨਹੀਂ ਹੈ ਜੀ। ਸੁਪਰੀਮ ਕੋਰਟ ਦੇ ਜੱਜ ਦੇ ਬਿਆਨ ਨੇ ਪਾਏ ਕੁਝ ਦਿਨ ਪਹਿਲਾਂ ਦੇ ਜੀ, ਠੀਕ ਹੈ ਨਾ। ਤੇ ਫਿਰ ਇਹ ਤਾਂ ਆਪਾਂ ਨੂੰ ਦਿਸਦਾ ਹੀ ਹੈ ਵੀ ਇਹ ਹੁਣ ਹੀ ਨਹੀਂ ਕਾਨੂੰਨ ਵਾਪਸ ਹੋ ਰਹੇ, ਇਦੋਂ ਪਹਿਲਾਂ ਵੀ ਬਹੁਤ ਵਾਰੀ ਹੋਏ ਨੇ। ਅੰਗਰੇਜ਼ ਬਾਹਰਲੇ ਕੌਮ ਸੀ, ਅੰਗਰੇਜ਼ਾਂ ਨੇ ਵੀ ਵਾਪਸ ਕਰੇ ਨੇ ਬਹੁਤ ਜ਼ਿਆਦਾ ਕਾਨੂੰਨ, ਸਮਝ ਗਏ। ਤੇ ਸਾਡੇ ਕੋਲ ਪ੍ਰਤਾਪ ਸਿੰਘ ਕੈਰੋਂ ਵੇਲੇ ਦਾ ਇਹ ਖੁਸ਼ ਐਸੇ ਟੈਕਸ ਜਿਹੜਾ ਉਹਨੇ ਲਾਇਆ ਸੀ ਇਹ ਨਹਿਰੀ ਪਾਣੀ ਪਰ, ਤੇ ਉਹ ਵੀ ਲੋਕਾਂ ਨੇ ਵਾਪਸ ਕਰਾਇਆ, ਸਮਝ ਗਏ। ਉਹ ਇਹ ਵਾਪਸ ਹੁੰਦੇ ਆਏ ਨੇ, ਪਰ ਇਹ ਇਹਨਾਂ ਦੀ ਹੁਮ ਹੈ ਵੀ ਇਹ ਵਾਪਸ ਅਸੀਂ ਕਰਨੇ ਨਹੀਂ। ਤੇ ਸਾਡੀ ਵੀ ਇਹ ਸਾਡਾ ਇਰਾਦਾ ਹੈ ਪੱਕਾ, ਅਸੀਂ ਇਹਨਾਂ ਨੂੰ ਰੱਦ ਕਰਾਵਾਂਗੇ। ਰੱਦ ਕਰਾਉਣ ਤੋਂ ਬਾਅਦ ਫਿਰ ਕੋਈ ਸਰਕਾਰ ਨਾਲ ਗੱਲਬਾਤ ਹੋ ਸਕਦੀ ਹੈ, ਜੋ ਹੋ ਸਕਦੀ ਹੈ ਉਹ ਸੰਯੁਕਤ ਮੋਰਚੇ ਨੇ ਤੈਅ ਕਰਨਾ ਉਸ ਨੂੰ, ਉਹ ਕਿਵੇਂ ਕਰਨਾ ਉਹਨਾਂ ਨੇ। ਸੋ ਇਸ ਕਰਕੇ ਇਹ ਰੱਦ ਕਰਾਉਣਾ ਸਾਡਾ ਮੁੱਖ ਨਿਸ਼ਾਨਾ ਹੈ ਔਰ ਰੱਦ ਕਰਾ ਕੇ ਆਵਾਂਗੇ। ਔਰ ਰੱਦ ਕਰਾਉਣ ਦੇ ਨੇੜੇ ਹੈ ਔਰ ਸਾਨੂੰ ਯਕੀਨ ਹੈ ਸਾਡੇ ਸ਼ਾਂਤੀਮਈ ਸੰਘਰਸ਼ ਤੇ ਵੀ ਜਿਹੜੀ ਸਫਲਤਾ ਹੈ ਉਹ ਸਾਡੀ ਦੇਲੀ ਦੇ ਬਾਹਰ ਖੜੀ ਹੈ, ਬਾਹਰਲੇ ਪਾਸੇ ਖੜੀ ਹੈ, ਅੰਦਰ ਵੜਨ ਵਾਲੀ ਹੋਆ ਸਾਡੇ ਕੋਲ। ਸੋ ਇਸ ਕਰਕੇ ਕੋਈ ਐਡੀ ਵੱਡੀ ਬੇਫਿਕਰੀ ਵਾਲੀ ਗੱਲ ਨਹੀਂ ਹੈ, ਅਸੀਂ ਪੂਰਾ ਮੋਰਚਾ ਕਾਇਮ ਰੱਖੋ ਉਸ ਤਰ੍ਹਾਂ ਹੀ ਰੱਖਾਂਗੇ। ਪਰ ਨੌਜਵਾਨਾਂ ਵੱਲੋਂ ਟਰੈਕਟਰ ਤਿਆਰ ਕਰਾਏ ਜਾ ਰਹੇ ਨੇ ਜੀ, ਬੈਰੀਗੇਟਿੰਗ ਕਹਿ ਰਹੇ ਨੇ ਤੋੜਨ ਵਾਸਤੇ ਸਪੈਸ਼ਲ ਟਰੈਕਟਰ ਹੋਏ ਨੇ, ਉਹਨਾਂ ਬਾਰੇ ਕੀ ਕਹੇਂਗੇ? ਦੇਖੋ ਮੇਰੀ ਗੱਲ ਸੁਣੋ, ਇਹ ਸਰਕਾਰ ਦੀ ਜਿਹੜੀ ਮੋਦੀ ਸਰਕਾਰ ਹੈ ਨਾ, ਇਹਦੇ ਬਹੁਤ ਬੰਦੇ ਇਸ ਜਿਹੜਾ ਘੋਲ ਹੈ ਸੰਘਰਸ਼ ਆ ਜਿਹੜਾ ਉਹਨੂੰ ਫੇਲ ਕਰਨ ਵਾਸਤੇ ਇਹਨਾਂ ਨੇ ਹੱਥ ਕੰਡੇ ਅਪਣਾਏ ਨੇ। ਇਹ ਮੈਂ ਨਹੀਂ ਕਹਿੰਦਾ ਵੀ ਇੱਥੇ ਕੋਈ ਪੰਜਾਬ ਦੇ ਵਿੱਚ ਵੀ ਕੋਈ BJP ਹੈ ਨਹੀਂ, ਇੱਥੇ BJP ਦਾ ਬਹੁਤ ਸੈੱਲ ਹੈ, ਇੱਥੇ ਬਹੁਤ ਜ਼ਿਆਦਾ ਸੈੱਲ ਹੈ, ਇੱਥੇ ਬਹੁਤ ਲੋਕ BJP ਨਾਲ ਨੇ। ਕਿਉਂਕਿ ਜਦੋਂ ਟਰੈਕਟਰ ਮਾਰ ਸ਼ੁਰੂ ਕਰਿਆ ਪੰਜਾਬ ਦੇ ਵਿੱਚ ਇਹ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਕੀਤਾ ਤੇ ਮਗਰੋਂ ਸਿਆਸੀ ਬੰਦਿਆਂ ਨੇ ਵੀ ਟਰੈਕਟਰ ਮਾਰਚ ਕੇ ਸ਼ੁਰੂ ਕਰਤਾ, ਠੀਕ ਹੈ ਨਾ। ਸਾਡੀ ਨਕਲ ਕੀਤੀ ਉਹਨਾਂ ਲੋਕਾਂ ਨੇ। ਹੁਣ ਇਹਨਾਂ ਨੇ ਉਹ ਲੋਕਾਂ ਨੂੰ ਉੱਥੇ ਉਭਾਰਿਆ ਹੋਇਆ ਕਿ ਤੁਸੀਂ ਸੋਸ਼ਲ ਮੀਡੀਆ ਤੇ ਆ ਰਿਹਾ ਹੈ ਬਿਆਨ, TV ਤੇ ਨਹੀਂ ਆ ਰਿਹਾ, ਸੋਸ਼ਲ ਮੀਡੀਆ ਤੇ ਆ ਰਿਹਾ। ਸੋ ਇਸ ਕਰਕੇ ਇਹ ਇੱਕ ਭੜਕਾਊ ਬਿਆਨ ਨੇ ਜਿਹੜੇ ਹੈ ਇਹਨਾਂ ਨੂੰ ਰੱਦ ਕਰਤਾ। ਸਾਡੀ ਕੱਲ ਦੀ ਜਿਹੜੀ ਮੀਟਿੰਗ ਸੀ ਉਹਦੇ ਸੰਯੁਕਤ ਮੋਰਚੇ ਦੀ ਵੀ ਕੋਈ ਭੜਕਾਊ ਬਿਆਨ ਕਿਸੇ ਨੇ ਦੇਣਾ ਨਹੀਂ, ਉੱਥੋਂ ਸਟੇਜ ਤੋਂ ਨਹੀਂ ਬੋਲਣਾ। ਔਰ ਸਭ ਤੋਂ ਵੱਡੀ ਖੁਸ਼ਕਿਸਮਤੀ ਹੈ ਇਸ ਮੋਰਚੇ ਦੀ ਵੀ ਅੱਜ ਤੱਕ ਕਿਸੇ ਵੀ ਸਟੇਜ ਤੋਂ ਜਿੱਦਣ ਦੇ ਮਤਲਬ ਇੱਥੇ ਪੰਜਾਬ 'ਚ ਮੋਰਚੇ ਲੱਗੇ ਨੇ ਕਿਸੇ ਸਿਆਸੀ ਬੰਦੇ ਨੂੰ ਬੋਲਣ ਨਹੀਂ ਦਿੱਤਾ ਗਿਆ, ਕਿਉਂ ਉਹਨਾਂ ਦਾ ਆਪਣਾ ਰੁਖ ਹੈ, ਉਹਨਾਂ ਦੀਆਂ ਤਾਂ ਚੋਣਾਂ ਹੈ, ਉਹਨਾਂ ਨੇ ਚੋਣਾਂ ਨੂੰ ਮੁੱਖ ਰੱਖ ਕੇ ਸਭ ਗੱਲ ਕਰਨੀ ਹੈ। ਤੇ ਇੱਥੇ ਸਾਡੇ ਕਿਸਾਨਾਂ ਦੀ ਉਹ ਗੱਲ ਹੁੰਦੀ ਹੈ, ਬੜਾ ਸੰਜਮ ਵਰਤਿਆ ਜਾਂਦਾ ਕਿਉਂਕਿ ਮੈਂ 15 ਦਿਨ ਲਾ ਕੇ ਆ ਰਿਹਾ ਦਿੱਲੀ ਤੋਂ ਤੇ ਕੱਲ ਮੈਂ ਜਾ ਰਿਹਾ ਸੂਬਾ ਕਮੇਟੀ ਮੈਂਬਰ ਹੋਣ ਕੇ ਮੈਂ ਜਾਣਾ ਕੱਲ ਨੂੰ ਅਸਲ। ਸੋ ਇਸ ਕਰਕੇ ਇਹ ਬਿਲਕੁਲ ਸ਼ਾਂਤਮਈ ਚੱਲਣਾ, ਇਹਦਾ ਕੋਈ ਧੋਖਾ ਨਾ ਸਮਝੋ, ਸ਼ਾਂਤੀਮਈ ਰਹੂਗਾ, ਸ਼ਾਂਤੀਮਈ ਸੰਘਰਸ਼ ਹੋਊਗਾ ਅੱਗੇ। ਹੁਣ ਅੱਜ ਮੈਨੂੰ ਨਹੀਂ ਪਤਾ ਅੱਜ ਸੁਪਰੀਮ ਕੋਰਟ ਨੇ ਕੀ ਅੱਜ ਰੂਲਿੰਗ ਦਿੱਤੀ ਹੈ, ਅੱਜ ਪੇਸ਼ੀ ਸੀ ਤੇ ਪੁਲਿਸ ਨੇ ਜਿਹੜੀ ਪਟੀਸ਼ਨ ਪਾਈ ਵੀ ਸੀ ਵੀ ਰੋਕੋ ਇਹ 'ਚ ਗੜਬੜ ਹੋਣ ਦੀ ਖਾਤਰ
ਮੰਤਰੀ ਹੈ ਤੇ ਇਹ ਨਹੀਂ ਮੈਨੂੰ ਪਤਾ ਇਸ ਗੱਲ ਦਾ, ਉਹ ਕੱਲ ਨੂੰ ਦੇਖੂੰਗਾ ਕਿਉਂਕਿ ਮੈਂ ਤੇ ਅਖਬਾਰ ਤੇ ਹੀ ਦੇਖ ਸਕਦਾ। ਸੋ ਇਸ ਕਰਕੇ ਉਹ ਪਤਾ ਨਹੀਂ ਕੀ ਹੋਊਗਾ ਤੇ ਕੀ ਸਾਨੂੰ ਪ੍ਰਸ਼ਾਸਨ ਅੰਦਰ ਵੜਨ ਦੀ ਇਜਾਜ਼ਤ ਦਊਗਾ ਜਾਂ ਨਹੀਂ ਦਊਗਾ, ਕਿਉਂਕਿ ਇਹਦੀ ਇੱਕ ਮਿਸਾਲ ਆ ਸਾਡੇ ਕੋਲ। ਅਸੀਂ 26 ਤਾਰੀਖ ਨੂੰ ਘਰਾਂ ਤੋਂ ਤੁਰੇ, 27 ਨੂੰ ਅਸੀਂ ਦਿੱਲੀ ਪਹੁੰਚ ਗਏ ਤੇ ਜਿੱਥੇ ਸਾਨੂੰ ਪੁਲਿਸ ਨੇ ਰੋਕਿਆ ਅਸੀਂ ਬੈਠ ਗਏ ਤੇ ਮਗਰੋਂ ਸਾਡੇ ਕੋਲ ਦਿੱਲੀ ਪ੍ਰਸ਼ਾਸਨ ਦੇ ਸੁਨੇਹੇ ਆਉਂਦੇ ਰਹੇ, ਆ ਜਾਓ ਬੈਰਾੜੀ ਮੈਦਾਨ 'ਚ ਆ ਜਾਓ, ਉਹ ਨਿਰੰਕਾਰੀ ਦਾ ਉਹ ਮੈਦਾਨ ਹੈ ਵੀ ਉਹਦੇ 'ਚ ਆ ਜਾਓ ਤੁਸੀਂ, ਤੇ ਆ ਜਾਓ ਹੁਣ ਰਾਮਲੀਲਾ ਗਰਾਊਂਡ 'ਚ ਆ ਜਾਓ। ਤੇ ਸਾਡੇ ਜਿਹੜੇ ਆਗੂ ਤੇ ਉਹਨਾਂ ਨੇ ਕਹਿਤਾ ਤੁਸੀਂ ਸਾਨੂੰ ਰੋਕਿਆ, ਅਸੀਂ ਸ਼ਾਂਤੀਮਈ ਬੈਠ ਕੇ, ਅਸੀਂ ਹੁਣ ਇੱਥੋਂ ਉੱਠਾਂਗੇ ਨਹੀਂ, ਜਿੱਥੇ ਬਿਠਾ ਤੇ ਇੱਥੇ ਹੀ ਬੈਠਾਂਗੇ। ਅਸੀਂ ਉੱਥੇ ਹੀ ਬੈਠੇ ਹਾਂ, ਉਦੋਂ ਦੀ ਕੋਈ ਛੇੜਛਾੜ ਨਹੀਂ ਕੀਤੀ, ਕੋਈ ਅਸੀਂ ਭੰਨ ਤੋੜ ਨਹੀਂ ਕੀਤੀ, ਕੋਈ ਛੇੜਛਾੜ ਨਹੀਂ ਕੀਤੀ। ਔਰ ਇਹ ਜਿਹੜੀ ਸਹਿਦੀ ਹੈ ਸੁਪਰੀਮ ਕੋਰਟ ਦੇ ਜੱਜਾਂ ਨੇ ਵੀ ਸਾਡੀ ਭਰੀ ਹੈ ਕਿ ਮੋਰਚਾ ਸ਼ਾਂਤੀਮਈ ਚੱਲ ਰਿਹਾ, ਉਹਦਾ ਅਧਿਕਾਰ ਹੈ। ਮੈਂ ਉਹਨਾਂ ਨੂੰ ਉਠਾ ਨਹੀਂ ਸਕਦਾ ਉੱਥੋਂ ਇਸ ਤਰੀਕੇ ਨਾਲ, ਉਹਨਾਂ ਦਾ ਅਧਿਕਾਰ ਹੈ ਇਸ 'ਚ। ਤੇ ਜਿਹੜਾ ਉਹਨਾਂ ਨੇ ਇੱਕ ਬਿਆਨ ਦਿੱਤਾ ਬੀਬੀਆਂ ਨੂੰ ਭੇਜ ਦਿਓ, ਆ ਬੀਬੀਆਂ ਸਾਡੇ ਸਮਾਜ ਦਾ ਅੱਧਾ ਅੰਗ ਨੇ ਪੂਰੀ ਦੁਨੀਆ ਦੇ। 800 ਕਰੋੜ ਦੀ ਆਬਾਦੀ 'ਚੋਂ, ਸੰਸਾਰ ਦੀ 'ਚੋਂ 400 ਕਰੋੜ ਇਹ ਨੇ, ਸਮਝ ਗਏ। ਤੇ ਜਿਆਦਾ ਇਹ ਮਤਲਬ ਆਪਣੇ ਹੱਕਾਂ ਲਈ ਕਿਉਂ ਨਾ ਲੜਨ ਜੀ, ਕਿਉਂ ਨਾ ਲੜਨ, ਅਸੀਂ ਬੱਚੇ ਕਿਉਂ ਲੈ ਕੇ ਜਾਂਦੇ ਤਾਂ ਕਿ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਉਹ ਜਾਗਰਤ ਹੋ ਜਾਵੇ। ਇੱਕ ਇਹ ਜਿਹੜਾ ਬਿਆਨ ਦਿੱਤਾ ਗਿਆ ਵੀ ਬੀਬੀਆਂ ਨੂੰ ਭੇਜ ਦਿੱਤਾ ਜਾਵੇ, ਇਹ 'ਚ ਇੱਕ ਆਪਾਂ ਮਹਿਲਾਵਾਂ ਦਾ ਅਪਮਾਨ ਵੀ ਮੰਨਦੇ ਹਾਂ। ਇੱਕ ਸਾਈਡ ਤੇ ਤਾਂ ਕਹਿੰਦੇ ਆ ਜੱਗ ਜਨਨੀ ਆ, ਮਾਈ ਭਾਗੋ ਦੀ ਵਾਰਸ ਆ, ਬਹੁਤ ਕੁਰਬਾਨੀਆਂ ਕੀਤੀਆਂ ਨੇ ਮਾਤਾ ਗੁਜਰੀ ਦੀਆਂ ਵਾਰਸਾਂ ਨੇ। ਇੱਕ ਪਾਸੇ ਸੁਪਰੀਮ ਕੋਰਟ ਵੱਲੋਂ ਇਹਦੀ ਉੱਚ ਅਦਾਲਤ ਵੱਲੋਂ ਕਿਹਾ ਜਾ ਰਿਹਾ ਕਿ ਇਹਨਾਂ ਨੂੰ ਵਾਪਸ ਭੇਜ ਦਿੱਤਾ ਜਾਵੇ। ਠੀਕ ਹੈ, ਇਹ ਠੀਕ ਨਹੀਂ ਹੈ। ਦੇਖੋ ਸੁਪਰੀਮ ਕੋਰਟ ਦੇ ਜੱਜ ਨੇ ਸਤਿਕਾਰਯੋਗ ਨੇ ਜੀ, ਪਰ ਥੋੜਾ ਜਿਹਾ ਬਿਆਨ ਦੇਣ ਵੇਲੇ ਉਹਨਾਂ ਨੂੰ ਸੋਚ ਲੈਣਾ ਚਾਹੀਦਾ ਵੀ ਜਿਹੜਾ ਵਰਗ ਸਮਾਜ ਦਾ ਅੱਧਾ ਹੋਵੇ ਜੀ ਤਾਂ ਸੰਘਰਸ਼ ਕਿਉਂ ਸ਼ਾਮਲ ਨਾ ਹੋਵੇ ਜੀ, ਉਹਦਾ ਅਧਿਕਾਰ ਹੈ ਜੀ। ਕਿਉਂਕਿ ਘਰ ਦੀ ਮਾਰ ਸਾਰੀ ਬੀਬੀ ਤੇ ਪੈਂਦੀ ਹੈ ਜੀ। ਜਦੋਂ ਸਾਡੀ ਰੋਟੀ ਤੇ ਅਸਰ ਪਊਗਾ, ਸਾਡੀ ਰੋਟੀ ਖੋਹੀ ਜਾਊਗੀ ਤਾਂ ਸਾਡੀ ਰਸੋਈ ਵੀ ਪਾਰਾਸਰੇ ਹੋ ਜਾਊਗੀ ਜੀ। ਇਹ ਸਿੱਧਾ ਸਾਡੀ ਰਸੋਈ ਤੇ ਹਮਲਾ ਜੀ, ਤੇ ਰਸੋਈ ਦੀ ਮਾਲਕ ਬੀਬੀ ਹੈ, ਫਿਰ ਸੰਘਰਸ਼ ਜਾਵੇ ਕਿਉਂ ਨਾ ਜੀ, ਉਹਦਾ ਅਧਿਕਾਰ ਹੈ ਜਾਣ ਦਾ, ਉਹ ਜਾਊਗੀ। ਇੱਕ ਸੋਸ਼ਲ ਮੀਡੀਆ ਤੇ ਬਾਹਰਲੇ ਸੂਬਿਆਂ 'ਚ ਇਹ ਪ੍ਰਚਾਰ ਜ਼ਿਆਦਾ ਹੋ ਰਿਹਾ ਜੀ, ਕੁਝ ਕੁ ਉੱਥੇ ਨਿਊਜ਼ ਚੈਨਲ ਵੀ ਨੇ ਜਾਂ ਪੇਪਰ ਨੇ, ਇਹ ਪ੍ਰਚਾਰ ਕਰ ਰਹੇ ਨੇ ਵੀ ਜਿਹੜੇ ਇਹ ਕਾਨੂੰਨ ਨੇ, ਇਹ ਕਾਨੂੰਨ ਹਰ ਇੱਕ ਦੇ ਹੱਕ 'ਚ ਬਣੇ ਨੇ। ਜਿਹੜਾ ਪੰਜਾਬ ਤੇ ਹਰਿਆਣਾ ਹੈ, ਇਹਨੇ ਸਾਰੇ ਭਾਰਤ ਦੇ ਸੂਬਿਆਂ ਦੇ ਜੋ ਕਿਸਾਨ ਸੀ ਉਹਨਾਂ ਦਾ ਹੱਕ ਦੱਬੇ ਵੇ ਤੇ, ਇਹ ਉਹਨਾਂ ਦੇ ਸਾਰਿਆਂ ਦੇ ਹੱਕ ਇਹ ਦੱਬੀ ਬੈਠੇ ਸੀਗੇ, ਤਾਂ ਹੀ ਇਹਨਾਂ ਕੋਲ ਵੱਡੇ ਟਰੈਕਟਰ ਨੇ, ਵੱਡੀਆਂ ਗੱਡੀਆਂ ਨੇ, ਵੱਡੇ ਮਕਾਨ ਪਾਏ ਨੇ। ਇੱਥੇ 2-2 ਮਹੀਨਿਆਂ ਤੋਂ ਲੰਗਰ ਚੱਲ ਰਹੇ ਨੇ, ਇਹਨਾਂ ਨੂੰ ਫਰਕ ਨਹੀਂ ਪੈ ਰਿਹਾ। ਹੋਰ ਸੂਬਿਆਂ ਦੇ ਕਿਸਾਨ ਗਰੀਬ ਨੇ। ਇਹ ਜਿਹੜੇ ਕਾਨੂੰਨ ਨੇ ਇਹ ਸਭ ਨੂੰ ਇੱਕ ਬਰਾਬਰ ਕਰ ਦੇਣਗੇ, ਤੁਸੀਂ ਵੀ ਇਹਨਾਂ ਦੇ ਤਰ੍ਹਾਂ ਹੀ ਅਮੀਰ ਹੋ ਜਾਓਗੇ। ਇਹ ਪ੍ਰਚਾਰ ਚੱਲ ਰਿਹਾ ਜੀ ਬਾਹਰ, ਕਿਸਾਨਾਂ ਨੂੰ ਇਹ ਸਮਝਾਇਆ ਜਾ ਰਿਹਾ। ਦੇਖੋ ਮੇਰੀ ਗੱਲ ਸੁਣੋ ਜੀ, ਜਿਹੜਾ ਮੰਡੀ ਸਿਸਟਮ ਹੈ ਜੀ, ਮੰਡੀ ਸਿਸਟਮ ਦੇ ਵਿੱਚ ਸਾਰੀਆਂ ਏਜੰਸੀਆਂ ਖਰੀਦ ਕਰਦੀਆਂ ਤੀਆਂ ਜੀ, ਐਫਸੀ ਵੀ ਖਰੀਦ ਕਰਦੀ ਸੀ। ਇਹ 1991 ਤੋਂ ਲੈ ਕੇ 1900 ਸੰਸਾਰ ਬੈਂਕ ਨੇ 1991 ਦੇ ਵਿੱਚ ਸਾਡੀ ਇੰਡੀਆ ਗਵਰਨਮੈਂਟ ਨੂੰ, ਜਿਹੜੀ ਨਰਸਿਮਹਾ ਰਾਓ ਦੀ ਸਰਕਾਰ ਸੀ, ਉਹਨੂੰ ਇੱਕ ਮੈਪ ਦਿੱਤਾ ਸੀ, ਰੋਡ ਮੈਪ, ਵੀ ਤੁਸੀਂ ਕਿਸ ਤਰ੍ਹਾਂ ਅੱਗੇ ਤੁਰਨਾ, ਕਿਸ ਤਰ੍ਹਾਂ ਲਾਗੂ ਕਰਨਾ ਸੀ। ਇਹ ਸਾਰਾ ਉਹ ਕੁਝ ਤੇ ਉਸ ਤਰ੍ਹਾਂ ਹੀ ਹੋ ਰਿਹਾ ਸਮਝੇ। ਤੇ ਬਾਕੀ ਜਿਹੜੀ ਗੱਲ ਰਹੀ ਨਾ, ਜੇ ਮੰਡੀ ਸਿਸਟਮ ਹੈ, ਮੰਡੀ ਸਿਸਟਮ ਦੇ ਕਹਿੰਦੇ ਅਸੀਂ MSP ਜਾਰੀ ਰੱਖਾਂਗੇ, ਨੋ ਵੈਲਿਊ ਜੀ, ਕਿਉਂਕਿ ਪਹਿਲੀ ਦਾ ਜਿਹੜਾ ਖੇਤੀ ਲਾਗਤ ਮੁੱਲ ਕਮਿਸ਼ਨ ਹੈ ਉਹਨੂੰ ਸੰਵਿਧਾਨਕ ਦਰਜਾ ਹੈ ਹੀ ਨਹੀਂ। ਦੂਜਾ MSP ਨੂੰ ਕੋਈ ਸੰਵਿਧਾਨਕ ਦਰਜਾ ਨਹੀਂ ਹੈ। MSP ਨੂੰ ਅਸੀਂ ਕੀ ਚੱਟਾਂਗੇ, ਮਿਨੀਮਮ ਸਪੋਰਟ ਪ੍ਰਾਈਸ ਨੂੰ, ਜਦ ਗਵਰਨਮੈਂਟ ਖਰੀਦ ਨਹੀਂ ਕਰਦੀ ਆ ਕੇ। MSP ਤਾਂ ਹੁਣ ਵੀ 23 ਚੀਜ਼ਾਂ ਦੀ ਹੈ, ਇਹ ਤਾਂ ਸਿੱਧੀ ਐਗਜ਼ਾਮਪਲ ਹੈ। ਤੇ ਮੱਕੀ ਦਾ 1850 ਰੁਪਏ ਰੇਟ ਤੇ ਬੰਨਿਆ ਵਾ ਇੱਥੇ MSP, ਤੇ ਵਿਕੀ 1000 ਰੁਪਈਆ, ਗਵਰਨਮੈਂਟ ਨੇ ਖਰੀਦੀ ਨਹੀਂ। ਸੋ ਇਸ ਕਰਕੇ ਇਹ ਜਿਹੜਾ ਸਿੱਧਾ ਨੁਕਸਾਨ ਹੈ ਨਾ, ਇਹ ਸਿੱਧੇ ਨੁਕਸਾਨ ਇਸ ਤਰੀਕੇ ਨਾਲ ਨਿਕਲਣ ਇਹਦੇ ਵਿੱਚ ਮੇਰੀ ਜਿਹੜੀ ਤੁਹਾਨੂੰ ਗੱਲ ਕਰਦਾ, ਕਿਉਂਕਿ ਇੱਥੇ ਜਿਹੜਾ ਖੇਤੀ ਪ੍ਰਧਾਨ ਦੇਸ਼ ਹੈ ਜੀ, ਮੈਨੂੰ ਮਹਾਤਮਾ ਗਾਂਧੀ ਦੀ ਯਾਦ ਆ ਜਾਂਦੀ ਹੈ। ਉਹ ਕਹਿੰਦਾ ਸੀ ਵੀ ਖੇਤੀ ਪ੍ਰਧਾਨ ਦੇਸ਼ ਹੈ ਤੇ ਮੇਰਾ ਭਾਰਤ ਪਿੰਡਾਂ 'ਚ ਵਸਦਾ ਹੈ ਜੀ, ਸਮਝ ਗਏ ਨਾ। ਤੇ ਹੁਣ ਵੀ ਆਬਾਦੀ ਪਿੰਡਾਂ 'ਚ ਜ਼ਿਆਦਾ, ਸ਼ਹਿਰਾਂ 'ਚ ਉਨੀ ਨਹੀਂ ਹੈ ਸਾਡੀ, ਤੇ ਸਾਡੀ 70% ਆਬਾਦੀ ਪਿੰਡਾਂ 'ਚ ਵਸਦੀ ਹੈ। ਤੇ ਪਿੰਡਾਂ ਦੇ ਆਧਾਰਿਤ ਸਾਨੂੰ ਉਦਯੋਗ ਅਜੇ ਤੱਕ ਲੱਗੇ ਨੇ। ਦੂਜਾ, ਖੇਤੀ ਪ੍ਰਧਾਨ ਦੇਸ਼ ਦੀ ਅੱਜ ਤੱਕ ਕਿਸੇ ਵੀ ਗਵਰਨਮੈਂਟ ਨੇ 73 ਸਾਲ ਦੇ ਵਿੱਚ ਇੰਡੀਆ ਦੇ ਵਿੱਚ ਐਗਰੀਕਲਚਰ ਪਾਲਿਸੀ ਬਣਾਈ ਹੋਣੀ ਹੈ ਜੀ, ਜਿਹੜੀ ਮੁੱਖ ਆਧਾਰ ਹੈ ਖੇਤੀ ਨੂੰ ਤਰੱਕੀ ਦੇਣ ਦੀ। ਕਿਸੇ ਸਟੇਟ ਨੇ ਤਾਂ ਕੀ ਬਣਾਈ ਹੈ, ਇੰਡੀਆ 'ਚ ਨਹੀਂ ਬਣੀ ਅਜੇ ਤੱਕ। ਸੋ ਇਸ ਕਰਕੇ ਇਹ ਜਿਹੜਾ ਕਹਿੰਦੇ ਨਾ, ਇਹ ਸਿਰਫ ਦਿਖਾਵੇ ਦੀਆਂ ਗੱਲਾਂ ਨੇ, ਸਮਝੇ। ਜਿਵੇਂ ਮੋਦੀ ਨੇ ਇੱਥੇ 2014 'ਚ ਆ ਕੇ ਕਿਹਾ ਸੀ, ਮੈਂ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰੂੰਗਾ ਜੀ, ਸਮਝ ਗਏ ਨਾ। ਤੇ ਬਾਅਦ ਜਿਹੜਾ ਸਾਡਾ
ਇੰਡੀਅਨ ਫਾਰਮਰ ਐਸੋਸੀਏਸ਼ਨ ਦਾ ਇੱਕ ਮੁਕੱਦਮਾ ਚੱਲਾ ਸੀ ਸੁਪਰੀਮ ਕੋਰਟ ਦੇ ਵਿੱਚ। ਉਹਦੇ 'ਚ ਇਹਨਾਂ ਦਾ ਜਾ ਕੇ ਐਡਵੋਕੇਟ ਜਨਰਲ ਆ ਜਿਹੜਾ, ਤੇ ਉਹ ਉੱਥੇ ਜਾ ਕੇ ਬਿਆਨ ਦਿਆ ਸਰਕਾਰ ਇਹਨੂੰ ਲਾਗੂ ਨਹੀਂ ਕਰ ਸਕਦੀ ਜੀ। ਠੀਕ ਹੈ ਨਾ। ਤੇ ਜਦੋਂ ਉਹਨੂੰ ਪੁੱਛਦੇ ਆ ਵੀ ਤੂੰ ਲਾਗੂ ਨਹੀਂ ਕੀਤੇ, ਕਹਿੰਦਾ ਉਹ ਤਾਂ ਸਾਡਾ ਚੋਣ ਜੁਮਲਾ ਸੀ ਜੀ। ਸਿਆਸੀ ਲੋਕਾਂ ਦੇ ਚੋਣ ਜੁਮਲੇ ਹੁੰਦੇ ਨੇ। ਆਹ ਜਿਹੜਾ ਦਿਖਾਵਾ ਕਰ ਰਹੇ ਨੇ ਬਾਕੀ ਦੇ ਸੂਬਿਆਂ ਨੂੰ, ਮਤਲਬ ਇਹਦੇ ਜ਼ਿਆਦਾ ਫਾਇਦਾ ਹੋਊਗਾ, ਇਹ ਹੋਊਗਾ, ਇਹ ਇੱਕ ਬਹੁਤ ਵੱਡਾ ਲਾਰਾ ਸਾਡੇ ਵਾਸਤੇ। ਸਾਨੂੰ ਸੋਚਣਾ ਚਾਹੀਦਾ ਹੈ। ਮੇਰੇ ਕੋਲ ਇੱਕ ਇਹਦੀ ਮਿਸਾਲ ਹੈ, ਡਾਕਟਰ BD ਸ਼ਰਮਾ, ਜਿਹਦਾ ਨਾਮ ਸੀ ਬ੍ਰਹਮਦੇਵ ਸ਼ਰਮਾ। ਉਹਨੇ 15 ਸਾਲ ਇਸ ਦੇਸ਼ ਦੀ ਐਗਰੀਕਲਚਰ ਮਿਨਿਸਟਰੀ ਦੇ ਵਿੱਚ ਨੌਕਰੀ ਕੀਤੀ ਹੈ। ਆਈ ਅਫਸਰ ਦਾ ਰੈਂਕ ਦਾ ਬੰਦਾ ਸੀ, ਔਰ ਉਹ ਖੇਤੀ ਪਰਿਵਾਰ ਨਾਲ ਜੁੜਿਆ ਵਾ, ਤੇ ਖੇਤੀ ਪਰਿਵਾਰ ਦੇ ਵਿੱਚੋਂ ਸੀ। ਤੇ ਉਹਨੇ ਰਿਟਾਇਰ ਹੋਣ ਤੋਂ ਬਾਅਦ ਇੱਕ ਕਿਤਾਬ ਲਿਖੀ ਹੈ। ਉਹ ਕਹਿੰਦਾ 1965 ਤੋਂ ਲੈ ਕੇ ਜਦੋਂ ਖੇਤੀ 'ਚ ਵਿਕਾਸ ਹੋਣਾ ਸ਼ੁਰੂ ਹੋਇਆ ਜੀ 2020 ਤੱਕ 55 ਸਾਲ 'ਚ ਦੇਸ਼ ਦੇ ਕਿਸਾਨਾਂ ਨੂੰ ਘੱਟ ਭਾਅ ਦੇ ਕੇ ਇੱਥੋਂ ਦੀਆਂ ਗਵਰਨਮੈਂਟਾਂ ਨੇ 2 ਲੱਖ ਕਰੋੜ ਪ੍ਰਤੀ ਸਾਲ ਲੁੱਟਿਆ। 2 ਲੱਖ ਕਰੋੜ ਪ੍ਰਤੀ ਸਾਲ ਲੁੱਟਿਆ। ਮਤਲਬ 55 ਸਾਲਾਂ ਸਾਡੇ ਨਾਲ 110 ਲੱਖ ਕਰੋੜ ਦੀ ਠੱਗੀ ਲੱਗ ਗਈ ਘੱਟ ਭਾਅ ਦੇ ਕੇ। ਬਣਦਾ ਭਾਅ ਕਹਿੰਦਾ ਦਿੱਤਾ ਨਹੀਂ ਇਹਨਾਂ ਨੂੰ। ਜਿਹੜਾ ਬੰਦਾ IAS ਹੈ, 15 ਸਾਲ ਐਗਰੀਕਲਚਰ ਮਿਨਿਸਟਰੀ 'ਚ ਨੌਕਰੀ ਕੀਤੀ, ਉਹਨੂੰ ਸਾਰਾ ਕੁਝ ਪਤਾ ਵੀ ਇੱਥੇ ਕਿਵੇਂ ਚੋਰ ਮੋਰੀਆਂ ਨੇ ਇਹਦੇ 'ਚ। ਤੇ ਉਹਨੇ ਰਿਟਾਇਰ ਹੋਣ ਤੋਂ ਬਾਅਦ ਇੱਕ ਉਹ ਪੁਸਤਕ ਲਿਖੀ ਹੈ, ਉਹਦਾ ਹਿੰਦੀ ਵੀ ਟ੍ਰਾਂਸਲੇਸ਼ਨ ਆਇਆ, ਜਿਹੜਾ ਮੈਂ ਪੜ੍ਹਿਆ ਚੱਕ ਕੇ ਉਸਨੂੰ। ਤੇ ਉਹ ਬੰਦੇ ਨੂੰ ਮੈਂ ਮਤਲਬ ਸਟੇਜ ਤੇ ਬੋਲਦਾ ਵੀ ਦੇਖਿਆ ਇੱਕ ਵਾਰੀ, ਡਾਕਟਰ BD ਸ਼ਰਮਾ ਨੂੰ। ਸੋ ਇਸ ਕਰਕੇ ਇੰਨੀ ਠੱਗੀ ਕਿਸਾਨੀ ਨਾਲ, ਜਿਹੜਾ ਕਹਿੰਦੇ ਦੂਜਿਆਂ ਕਿਸਾਨਾਂ ਨੂੰ ਅਸੀਂ ਮਤਲਬ ਇਹ ਕਰ ਲਵਾਂਗੇ। ਤੇ ਮੈਨੂੰ ਇਹ ਮਤਲਬ ਆ ਪੂਰੇ ਇੱਧਰ ਇੰਡੀਆ ਸਾਊਥ ਸਾਈਡ 'ਚ ਕਾਫੀ ਘੁੰਮਣ ਦਾ ਸਮਾਂ ਮਿਲਿਆ ਪਿੱਛੇ 80 ਦੇ ਦਹਾਕੇ ਵਿੱਚ। ਤੇ ਮੈਂ ਦੇਖਿਆ ਉਹਨਾਂ ਕਿਸਾਨਾਂ ਦੀ ਕੀ ਹਾਲਤ ਸੀ। ਉਹ ਕਿਸਾਨਾਂ ਦੀ ਕੀ ਹਾਲਤ ਸੀ, ਕਿਸਾਨ ਹਲ ਚਲਾਉਂਦਾ, ਉਹਦੇ ਸਿਰਫ ਇੱਕ ਤੇੜ 'ਚ ਇੱਕ ਪਰਨਾ ਹੈ ਜਿਹੜਾ ਗੋਡਿਆਂ ਤੱਕ ਹੈ, ਪੈਰ ਨੰਗੇ ਨੇ, ਸਿਰ ਤੇ ਉਹਦੇ ਇੱਕ ਪਰਨਾ ਬੰਨਿਆ ਵਾ ਤੇ ਬਾਕੀ ਸਰੀਰ ਉਹਦਾ ਨੰਗਾ ਸਾਰਾ। ਤੇ ਉਹ ਹਲ ਚਲਾਉਂਦਾ ਤੇ ਪਿੱਛੇ ਉਹਦੇ ਘਰ ਵਾਲੀ ਬੀਜ ਘੇਰ ਰਹੀ ਹੈ। ਔਰ ਜਦ ਉਹਨਾਂ ਦੇ ਘਰਾਂ ਵੱਲ ਦੇਖਿਆ ਜਾ ਕੇ ਤਾਂ ਉਹ ਕੱਖਾਂ ਕੰਨਿਆਂ ਦੇ ਸੀ। ਅਜੇ ਵੀ ਇਹ ਹਾਲਤ ਹੈ ਦੇਸ਼ 'ਚ ਕਿਸਾਨਾਂ ਦੀ, ਅਜੇ ਵੀ ਹਾਲਤ ਹੈ। ਸਮਝ ਗਏ? ਜ਼ਿੰਮੇਵਾਰ ਕੌਣ ਹੈ ਜੀ ਇਹਦਾ? ਦੇਖੋ ਇਹਦਾ ਜ਼ਿੰਮੇਵਾਰ ਇੱਥੋਂ ਦਾ ਸਾਰਾ ਸਿਸਟਮ ਹੈ। ਜਿਹੜੀਆਂ ਮੌਕੇ ਦੀਆਂ ਸਰਕਾਰਾਂ ਬਣੀਆਂ ਨੇ ਉਹ ਜ਼ਿੰਮੇਵਾਰ ਨੇ, ਕਿਉਂਕਿ ਅਸੀਂ ਬਾਹਲੀ ਆਬਾਦੀ ਵਾਲਾ ਦੇਸ਼ ਹੈ। ਸਾਨੂੰ ਵਿਕਾਸ ਚਾਹੀਦਾ, ਅਸੀਂ ਵੀ ਵਿਕਾਸ ਮੰਗਦੇ ਹਾਂ, ਪਰ ਵਿਕਾਸ ਉਹ ਹੋਵੇ ਜੋ ਮਨੁੱਖਤਾ ਦੇ ਆਧਾਰ ਤੇ ਹੋਵੇ। ਵਿਕਾਸ ਉਹ ਹੋਵੇ ਜਿਹੜਾ ਕੁਦਰਤ ਦੇ ਆਧਾਰ ਤੇ ਹੋਵੇ। ਵਿਕਾਸ ਉਹ ਹੋਵੇ ਜਿਹਦੇ 'ਚ ਹਰ ਬੰਦੇ ਦਾ ਹਿੱਸਾ ਹੋਵੇ। ਵਿਕਾਸ ਉਹ ਹੋਵੇ ਜਿਹੜੇ 138 ਕਰੋੜ ਆਬਾਦੀ ਨੂੰ ਰੁਜ਼ਗਾਰ ਦੇਵੇ। ਜਿਹੜਾ ਜਦੋਂ ਰੁਜ਼ਗਾਰ ਮਿਲੂਗਾ ਪੈਸਾ ਹੱਥ 'ਚ ਆਊਗਾ। ਸਮਝ ਗਏ ਨਾ? ਹੁਣ ਵਿਸ਼ਵ ਖੁਰਾਕ ਸੰਸਥਾ ਤਾਂ ਕਹਿੰਦੀ ਹੈ 19.5 ਕਰੋੜ ਲੋਕ ਅਜੇ ਵੀ ਇੰਡੀਆ 'ਚ ਭੁੱਖੇ ਸੌਂਦੇ ਨੇ। ਇਹ ਕਹਿੰਦੇ ਸਾਡੇ ਕੋਲ ਅਨਾਜ ਸੜ ਰਿਹਾ, ਤੇ ਕਿੱਥੇ ਅਨਾਜ? ਉਹਨਾਂ ਨੂੰ ਕਿਉਂ ਨਹੀਂ ਦਿੱਤਾ ਜਾ ਰਿਹਾ? ਸਿਸਟਮ 'ਚ ਖਰਾਬੀ ਹੈ ਸਾਰੀ, ਜਿਹੜਾ ਉਹ ਭੁੱਖੇ ਸੌਂਦੇ ਨੇ। ਔਰ ਉਹਦੇ ਮੂਹਰੇ ਵਿਰਕਦੇ ਨਹੀਂ ਹੈ ਜਦੋਂ ਕਹਿੰਦੀ ਹੈ। ਠੀਕ ਹੈ ਨਾ? ਜੇ ਸਾਨੂੰ ਉਸ ਵਿਕਾਸ ਦੇ ਵਿੱਚ ਹਿੱਸਾ ਹੋਊ, ਸਾਡੇ ਦੇਸ਼ ਦੇ ਲੋਕਾਂ ਨੂੰ ਰੁਜ਼ਗਾਰ ਮਿਲੂਗਾ ਤਾਂ 4 ਪੈਸੇ ਆਉਣਗੇ। ਮੈਂ ਗਰੰਟੀ ਦਿੰਦਾ ਜਿਹਦੇ ਕੋਲ 4 ਪੈਸੇ ਨੇ ਉਹ ਘਰ ਵਾਸਤੇ ਆਟਾ ਦਾਲ ਖਰੀਦ ਕੇ ਲੈ ਕੇ ਆਊਗਾ। ਉਹ ਪਰਿਵਾਰ ਭੁੱਖਾ ਨਹੀਂ ਸੌਊਗਾ ਕਦੇ। ਸਾਡੇ ਕੋਈ ਭੁੱਖਾ ਨਹੀਂ ਰਹੂਗਾ। ਸਾਨੂੰ ਐਸੇ ਵਿਕਾਸ ਦੀ ਲੋੜ ਹੈ ਜਿਹਦੇ ਸਾਡਾ 138 ਕਰੋੜ ਲੋਕ ਸ਼ਾਮਲ ਹੋਣ, ਰੁਜ਼ਗਾਰ ਯਾਫਤਾ ਹੋਣ। ਪਰ ਉਹ ਤਾਂ ਹੈ ਹੀ ਨਹੀਂ। ਇਹ ਤਾਂ ਕਹਿੰਦੇ ਖੇਤੀ ਤਾਂ ਹੋਊਗੀ ਖੇਤਾਂ 'ਚ, ਲੇਕਿਨ ਕਿਸਾਨ ਨਹੀਂ ਹੋਊਗਾ। ਖੇਤੀ ਹੋਊਗੀ ਲੇਕਿਨ ਖੇਤ ਮਜ਼ਦੂਰ ਨਹੀਂ ਹੋਊਗਾ, ਮਨਫੀ ਹੋਊਗਾ। ਫਿਰ ਉਹ ਖੇਤੀ ਤਾਂ ਸਾਨੂੰ ਕੀ ਹੋਊਗਾ? ਇਹ ਤਾਂ ਸਿਰਫ ਕਿਸਾਨ ਨੂੰ ਖੇਤੀ ਤੋਂ ਕੱਢਣ ਦਾ ਮਸਲਾ ਹੈ ਤਾਂ ਕਿ ਵੱਡੀਆਂ ਕੰਪਨੀਆਂ ਜਿਹੜੀ ਲੇਬਰ ਹੈ ਸਸਤੀ ਦਿੱਤੀ ਜਾ ਸਕੇ। ਔਰ ਅਸੀਂ ਮਜਬੂਰ ਹੋਵਾਂਗੇ ਸਸਤੀ ਲੇਬਰ ਮਤਲਬ ਦੇਣ ਵਾਸਤੇ, ਦਿਹਾੜੀਆਂ ਕਰਨ ਵਾਸਤੇ। ਇਹ ਸਿਲਸਿਲਾ ਦਾ ਪਿੱਛੇ ਜੋ ਛੁਪਿਆ ਵਾ, ਇਹ ਸਾਨੂੰ ਇਸ ਤਰੀਕੇ ਦਾ ਮਤਲਬ ਇਸ ਤੇ ਸਾਨੂੰ ਡਟਣਾ ਚਾਹੀਦਾ ਜੀ। ਸਮਾਜ ਸੇਵੀ ਸੰਸਥਾਵਾਂ ਨੂੰ NIA ਵੱਲੋਂ ਨੋਟਿਸ ਜਾਰੀ ਕੀਤੇ ਜਾ ਰਹੇ ਨੇ, ਉਹਨਾਂ ਦੀ ਜਾਂਚ ਪੜਤਾਲ ਹੋ ਰਹੀ ਹੈ, ਉਹਨਾਂ ਬਾਰੇ ਕੀ ਕਹੋਗੇ? ਬਿਲਕੁਲ। ਦੇਖੋ ਮੇਰੀ ਗੱਲ ਸੁਣੋ, ਸਰਕਾਰ ਬੁਖਲਾ ਗਈ ਜੀ। ਇਹ ਘਬਰਾ ਗਈ, ਬੁਖਲਾ ਗਈ, ਕਿਉਂਕਿ ਅੰਦੋਲਨ ਸ਼ਾਂਤਮਈ ਹੈ ਜੀ। ਕੋਈ ਇਹਦੇ 'ਚੋਂ ਗੜਬੜ ਨਹੀਂ ਪੈਦਾ ਕਰ ਸਕੀ ਜੀ। ਸਮਝ ਗਏ ਨਾ? ਹੁਣ ਇਸ ਗੱਲ ਤੇ ਆ ਗਈ ਕਿ ਇੱਥੋਂ ਤੁਹਾਨੂੰ ਬੱਸਾਂ ਆਉਂਦੀਆਂ ਨੇ, ਇੱਥੋਂ ਤੁਹਾਨੂੰ ਇਹ ਪੱਤਰਕਾਰਾਂ ਨੂੰ ਕਹਿੰਦੇ ਬਲਤੇਜ ਪੰਨੂ ਹੈ, ਉਹ ਕਹਿੰਦੇ ਵੀ ਤੂੰ ਇੱਥੇ ਆ ਕੇ ਕਵਰੇਜ ਕਰਦਾ। ਸਮਝ ਗਏ ਨਾ? ਜਦੋਂ ਮੈਂ ਦੂਜੀ ਵਾਰ ਕੋਈ 10 ਤਰੀਕ ਨੂੰ 10 ਦਸੰਬਰ ਨੂੰ ਉੱਥੇ ਗਿਆ, ਕੈਨੇਡਾ ਤੋਂ ਕੁਝ ਬੰਦੇ ਆਏ ਜੀ। ਉਹ ਕਹਿੰਦੇ ਸਾਡੇ ਕੋਲ ਤਾਂ ਸਰਕਾਰ ਪੱਖੀ ਮੀਡੀਆ ਦੀ ਜਾਣਕਾਰੀ ਜਾਂਦੀ ਹੈ।
ਤੇ ਅਸਲੀ ਜੋ ਕੁਝ ਅਸੀਂ ਦੇਖ ਰਹੇ ਹਾਂ 5 ਦਿਨ ਤੇ ਉਹ ਤਾਂ ਸਾਨੂੰ ਮਿਲਦੀ ਹੋ ਨਹੀਂ ਹੈ। ਤੇ ਉਹਨਾਂ ਨੇ ਉੱਥੇ ਇੱਕ ਸਿਸਟਮ ਚਾਲੂ ਕੀਤਾ ਜਿਹੜਾ ਬਿਲਕੁਲ ਅਸਲੀ ਬਾਹਰਲੇ ਲੋਕਾਂ ਤੱਕ ਜਾ ਰਿਹਾ। ਉਹਨਾਂ ਨੂੰ ਪਤਾ ਲੱਗਿਆ ਅਸਲੀਅਤ ਤਾਂ ਇਹ ਹੈ ਇੱਥੇ, ਸਮਝ ਗਏ ਨਾ। ਉੱਥੇ ਜੇ ਦੇਖਿਆ ਜਾਵੇ ਜੀ ਛੋਟੇ ਛੋਟੇ ਬੱਚੇ ਨੇ ਦਿੱਲੀ ਤੋਂ ਆ ਰਹੇ ਨੇ, ਅਸੀਂ ਆਪ ਦੇਖਿਆ ਇਹ ਆਪਣੀ ਜਿਹੜੀ ਪਾਕਟ ਮਨੀ ਆ ਗੋਲਕਾਂ ਨੇ ਥੋੜ੍ਹੀਆਂ ਭੰਨ ਕੇ ਉਹ ਵੀ ਦੇ ਰਹੇ ਨੇ, ਤੇ ਉਹ ਨਹੀਂ ਦਿਖ ਰਿਹਾ ਸਰਕਾਰ ਨੂੰ NIA ਨੂੰ ਬਈ ਬੱਚੇ ਵੀ ਯੋਗਦਾਨ ਪਾ ਰਹੇ ਨੇ। ਇਹ ਕੀ ਗੱਲ ਆ, ਆਪਣੀ ਪਾਕਟ ਮਨੀ ਦੇ ਰਹੇ ਨੇ, ਕੀ ਕਹਾਂਗੇ? ਦੇਖੋ ਇਹਦੇ ਵਿੱਚ ਯੋਗਦਾਨ ਪਾਉਣਾ ਨਾ ਸਾਡਾ ਸਭ ਦਾ ਫਰਜ਼ ਹੈ ਜੀ। ਕਿਸਾਨ ਘਾਟੇ ਦੀ ਖੇਤੀ ਕਰਕੇ ਬਹੁਤ ਚਿਰਾਂ ਤੋਂ ਯੋਗਦਾਨ ਪਾ ਰਿਹਾ ਜੀ। ਇਸ ਦੇਸ਼ ਦੀ ਭੁੱਖਮਰੀ ਕਿਸਾਨ ਨੇ ਚੁੱਕੀ ਹੈ 1965 ਤੱਕ ਤੋਂ ਬਾਅਦ 2-3 ਸਾਲਾਂ 'ਚ ਜੀ। ਤੇ ਉਹਨੂੰ ਹੁਣ ਦਿੱਤਾ ਕੀ ਜਾ ਰਿਹਾ ਹੈ? ਖੇਤੀ ਚੋਂ ਕੱਢਿਆ ਜਾ ਰਿਹਾ ਕਿਉਂਕਿ ਖੇਤੀ ਹਰ ਕਿਸਾਨ ਦੇ ਪਰਿਵਾਰ ਦਾ ਰੁਜ਼ਗਾਰ ਹੈ ਜੀ। ਰੁਜ਼ਗਾਰ ਹੈ ਖੇਤੀ। ਹੁਣ ਕੋਈ ਮੁਨਾਫਾ ਯੋਗ ਨਹੀਂ, ਰੁਜ਼ਗਾਰ ਹੈ, ਪਰਿਵਾਰ ਉੱਥੇ ਕੰਮ ਲੱਗਦਾ, ਰੁਜ਼ਗਾਰ ਵੀ ਖੋਇਆ ਜਾ ਰਿਹਾ, ਸਮਝ ਗਏ ਨਾ। ਤੇ ਲੋਕਾਂ ਦੇ ਮਨ 'ਚ ਸ਼ਰਧਾ ਹੀ ਇੰਨੀ ਹੈ ਕਿ ਹਰ ਕੋਈ ਬੰਦਾ ਚਾਹੁੰਦਾ ਮੈਂ ਆਪਣਾ ਕਿਸੇ ਨਾ ਕਿਸੇ ਤਰੀਕੇ 'ਚ ਯੋਗਦਾਨ ਪਾਵਾਂ, ਸਮਝੇ। ਤਾਂ ਇਹਦੇ ਮੈਂ ਉੱਥੇ ਦੇਖਦਾ ਰਹਿਣਾ ਤੇ ਉੱਥੇ ਉਹ ਪਲਾਸਟਿਕ ਚੁਗਣ ਵਾਲੇ ਬੱਚੇ ਆਉਂਦੇ ਨੇ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਮੈਨੂੰ ਐਂ ਦੱਸੋ ਵੀ ਤੁਸੀਂ ਆ ਪਾਣੀ ਦੀਆਂ ਬੋਤਲਾਂ ਤੇ ਗਲਾਸ ਚੁੱਕਦੇ ਹੋ ਤੇ ਬਾਕੀ ਤਾਂ ਤੁਸੀਂ ਛੱਡਦੇ ਨਹੀਂ, ਬਾਕੀ ਕੋਈ ਹੋਰ ਸੰਸਥਾ ਲੈ ਕੇ ਜਾਂਦੀ ਹੈ, ਵੀ ਤੁਹਾਨੂੰ ਇਹਦੇ 'ਚ ਤੁਹਾਡੀ ਇਨਕਮ ਕੋਈ ਵਧੀਆ? ਉਹ ਕਹਿੰਦੇ ਜੀ ਸਾਡਾ ਤਾਂ ਉਦੋਂ ਦਾ ਕੁਛ ਨਾ ਕੁਛ ਪੈਸਾ ਵੱਧ ਗਿਆ। ਮਤਲਬ ਕੁਛ ਲੋਕਾਂ ਨੂੰ ਰੁਜ਼ਗਾਰ ਮਿਲ ਵੀ ਰਿਹਾ ਜੀ, ਮਿਲ ਰਿਹਾ ਉਹਨਾਂ ਦੀ ਰੋਜੀ ਰੋਟੀ ਵਧੀਆ ਚੱਲ ਰਹੀ ਹੈ। ਤੇ ਮੈਂ ਉਹਨੂੰ ਸਵਾਲ ਕੀਤਾ ਵੀ ਜਦ ਅਸੀਂ ਚਲੇ ਜਾਵਾਂਗੇ, ਕਹਿੰਦੇ ਸਾਡਾ ਤੇ ਫਿਰ ਜੀ ਨਹੀਂ ਲੱਗਣਾ ਬਾਬਾ ਜੀ ਜਦ ਤੁਸੀਂ ਚਲੇ ਜਾਵੋ, ਸਮਝ ਗਏ ਨਾ। ਉਹਨਾਂ ਨੂੰ ਉਸ ਕੈਂਪ ਦੇ ਵਿੱਚੋਂ ਰੋਟੀ ਵੀ ਮਿਲ ਰਹੀ ਹੈ, ਉਸ ਕੈਂਪ ਦੇ ਵਿੱਚੋਂ ਉਹਨਾਂ ਨੂੰ ਸਿਰ ਢੱਕਣ ਵਾਸਤੇ ਕੱਪੜਾ ਵੀ ਮਿਲ ਰਿਹਾ, ਸੰਸਥਾਵਾਂ ਦੇ ਰਹੀਆਂ ਨੇ ਉਹ ਬੱਚੇ ਜੋ ਨੰਗੇ ਫਿਰਦੇ ਨੇ, ਤੇ ਉਹਨਾਂ ਨੂੰ ਰੁਜ਼ਗਾਰ ਵੀ ਮਿਲ ਰਿਹਾ। ਸੋ ਇਸ ਕਰਕੇ ਜਿਹੜਾ ਸਿਸਟਮ ਹੈ ਨਾ ਇਹਦੇ ਵਿੱਚ ਯੋਗਦਾਨ ਪਾਉਣਾ, ਜਿਹੜਾ ਕਹਿੰਦੇ ਨਾ ਉਹ ਦੂਜੇ ਸੂਬੇ ਕਹਿੰਦੇ ਨੇ ਜੀ, ਉਹ ਐਕਣ ਕਹਿੰਦੇ ਨੇ ਜੀ, ਕੋਈ ਕੁਛ ਨਹੀਂ ਕਹਿੰਦਾ। ਇਹ ਸਰਕਾਰ ਦੇ ਸਿਖਾਏ ਹੋਏ ਲੋਕ ਨੇ ਜਿਹੜੇ, ਉਹ ਸਰਕਾਰੀ ਲੋਕ ਨੇ ਜਿਨ੍ਹਾਂ ਨੂੰ ਸਿਖਾ ਕੇ ਲਿਆਉਂਦੇ ਨੇ, ਇਹ ਐਂ ਕਰੋ ਜੀ, ਇਹਨੂੰ ਵਾਹ ਕਰੋ ਜੀ, ਇਹ ਤਾਂ ਠੀਕ ਨੇ ਜੀ, ਇਹ ਤਾਂ ਉਹ ਨੇ। ਤੇ ਸਾਡੇ ਕੋਲ ਤਾਂ ਹੈ ਹੀ ਨਹੀਂ ਇਸ ਗੱਲ ਤੇ। ਸਾਡੇ ਕੋਲ ਜਦ ਖੇਤੀ 'ਚ 50-55 ਸਾਲ 'ਚ ਨਹੀਂ ਕੁਛ ਬਚਿਆ, ਸਮਝ ਗਏ ਨਾ। ਤੇ ਫਿਰ ਜਦ ਸਾਡੇ ਕੋਲ ਹੋਣੀ ਉਹ ਜ਼ਮੀਨ ਹੀ ਨਹੀਂ ਰਹਿਣੀ ਹੈ ਤੇ ਖੇਤੀ ਕਿੱਥੋਂ ਰਹੂਗੀ? ਬਸ ਸ਼ਿਵ ਸੈਨਾ ਵੱਲੋਂ ਵੀ ਬਿਆਨ ਦਿੱਤੇ ਜਾ ਰਹੇ ਨੇ ਕਿਸਾਨ ਨੂੰ ਕਿ ਅੰਨਦਾਤਾ ਕਿਹਾ ਜਾਂਦਾ ਹੈ, ਪਰ ਉਹ ਕਹਿ ਰਹੇ ਨੇ ਕੋਈ ਅੰਨਦਾਤਾ ਨਹੀਂ, ਆਪਣੇ ਢਿੱਡ ਵਾਸਤੇ ਫਿਰਦਾ ਹੈ, ਆਪਣੇ ਉਹਦੇ ਵਾਸਤੇ ਫਿਰਦਾ। ਉਹਨਾਂ ਨੂੰ ਕੀ ਕਹਾਂਗੇ? ਉਹ ਵੀ ਭੜਕਾਊ ਬਿਆਨ ਦੇ ਰਹੇ ਨੇ ਕਿਸਾਨਾਂ ਦੇ ਪ੍ਰਤੀ। ਪਹਿਲਾਂ ਉਹ ਹੱਕ 'ਚ ਬੋਲਦੇ ਰਹੇ ਨੇ, ਕੁਝ ਦਿਨਾਂ ਤੋਂ ਉਹ ਭੜਕਾਊ ਬਿਆਨ ਦੇਣਾ ਸ਼ੁਰੂ ਕਰਤਾ ਉਹਨਾਂ ਨੇ। ਸੰਜੀਵ ਘਨੌਲੀ ਨੇ ਲੁਧਿਆਣਾ ਤੋਂ, ਉਹਨਾਂ ਨੇ ਇਦਾਂ ਦੇ ਬਿਆਨ ਦਿੱਤੇ ਨੇ। ਦੇਖੋ ਮੇਰੀ ਗੱਲ ਸੁਣੋ, ਮੈਨੂੰ ਅਫਸੋਸ ਹੈ ਇਸ ਚੀਜ਼ ਦਾ ਵੀ ਜਿਹੜੇ ਲੋਕਾਂ ਨੇ ਪੰਜਾਬ ਦੀ ਮਿੱਟੀ ਦਾ ਅੰਨ ਖਾ ਕੇ ਉਹ 'ਚੋਂ ਜਨਮ ਲਿਆ ਜੀ, ਜੇ ਉਹ ਇਸ ਪੰਜਾਬੀਅਤ ਦੇ ਖਿਲਾਫ ਬੋਲਦੇ ਨੇ, ਉਹਨਾਂ ਨੂੰ ਸੋਚਣਾ ਚਾਹੀਦਾ। ਉਹ ਇੱਕ ਹੋਛੀ ਸਿਆਸਤ, ਕੱਲ ਨੂੰ ਮੈਨੂੰ ਆਹ ਕੁਰਸੀ ਮਿਲ ਜਾਏ, ਆਹ ਕੁਰਸੀ ਮਿਲ ਜਾਏ, ਉਹ ਇਹੀ ਕੁਝ ਲੱਭਦੇ ਨੇ ਇਹਦੇ 'ਚ, ਹੋਰ ਕੁਝ ਨਹੀਂ ਲੱਭਦੇ। ਪਰ ਜਿਹੜਾ ਅਸਲੀਅਤ ਤੌਰ ਤੇ ਮਤਲਬ ਬੰਦਾ ਪੰਜਾਬੀ ਹੈ ਨਾ, ਪੰਜਾਬ ਦੀ ਮਿੱਟੀ ਦਾ ਅੰਨ ਖਾ ਕੇ ਜੋ ਪੈਦਾ ਹੋਇਆ ਮਾਂ-ਬਾਪ ਦੇ ਖੂਨ ਦੇ ਵਿੱਚੋਂ, ਉਹ ਪੰਜਾਬੀਅਤ ਵਾਸਤੇ ਸੋਚਦਾ ਔਰ ਸੋਚਣਾ ਵੀ ਉਸ ਨੂੰ ਬਣਦਾ। ਉਹਨਾਂ ਨੂੰ ਵੀ ਮੇਰੀ ਬੇਨਤੀ ਹੈ, ਬਹੁਤ ਲੋਕ ਭਾਜਪਾ ਚੋਂ ਨਿਕਲ ਕੇ ਆ ਰਹੇ ਨੇ ਜੀ, ਠੀਕ ਹੈ ਨਾ। ਤੇ ਉਹ ਮਤਲਬ ਉਹਨਾਂ ਨੂੰ ਸੋਚਣਾ ਚਾਹੀਦਾ, ਭੜਕਾਊ ਬਿਆਨ ਨਹੀਂ ਦੇਣੇ ਚਾਹੀਦੇ ਜਿਹਦੇ ਨਾਲ ਸਾਡਾ ਮਾਹੌਲ ਖਰਾਬ ਹੋਵੇ, ਸਮਝ ਗਏ ਨਾ। ਤੇ ਸਾਨੂੰ ਕਿਸੇ ਨੂੰ ਵੀ ਭੜਕਾਊ ਬਿਆਨ ਤਾਂ ਨਹੀਂ ਹੋ ਦੇਣਾ ਚਾਹੀਦਾ, ਕਿਉਂਕਿ ਸ਼ਾਂਤਮਈ ਧਰਨਾ, ਸ਼ਾਂਤਮਈ ਨਾਲ ਜਿੱਤਣਾ। ਸਾਡਾ ਇਤਿਹਾਸ ਸ਼ਾਂਤਮਈ ਹੈ, समझ गए साडा सब कुछ शांतमई है तो शांतमई चलूगा और किसानी जी जित है वो किसानों के पल्ले पऊगी और ये कानून रद्द होणगे तुहाडे सामने है। दुनिया का किसानों का पहला अंदोलन है, दुनिया के किसी देश च नहीं होया ऐसा भी जिहड़ा ये शांतमई चल रहा है और किसान जिन्हों कर रहे हैं। किसान अपने धंधे वास्ते तो वक्री गल है, देश के हर लोग हर बंदे की रोटी वास्ते लड़ रहे हैं। जी हुण की लगदा है अंदोलन कदों तक जितांगे, की अनुमान लगाए जा रहे हैं कि सरकार दीयां जिहड़ियां नीतियां ने उन्हां नूं देख के किन्ना क लंबा चलूगा? देखो असीं ते तैयारी करके ही गए जी। तुसीं देखिया हो कल राकेश टिकैती दा बयान सी कल लग्या है फ्रंट पेज ते ट्रिब्यून दे, वो कहंदा असीं 2024 तक दा इंतजाम करके बैठे हैं क्योंकि 2024 सेंटर दी वोटां पणियां ने ना, समझ गए ना, असीं बैठे हैं कहंदा, समझ गए। देखो जे कोई फल नूं मतलब पकाया जाए जो डंडी नाल पकदा तां वो कुदरती पकदा, वो ज़्यादा मिठा हुंदा। जे अस उहनूं कच्चे नूं तोड़ के दाब दे के पकावांगे वो पक जरूर जाऊ, रस होऊ, लेकिन ना तो तत्त भरपूर हो तो ना स्वादिष्ट होगा। सो इस करते यह जे घोल लंबे चलते ही होंदे ने, समझ गए ना, और चलणगे भी। ये कोई मतलब सरकारां नूं मोड़ा देना ये बहुत वड्डी गल है जी।
ਵੱਡੀ ਗੱਲ ਹੈ। ਪਰ ਲੋਕ ਇਕਜੁੱਟ ਨੇ ਤੇ ਤਾਮਿਲਨਾਡੂ ਦੇ ਕੱਲ ਕਿਸਾਨ ਆ ਗਏ ਸਾਡੇ ਕੋਲ, ਤਾਮਿਲਨਾਡੂ ਤੋਂ ਕੱਲ ਸਿੰਘੂ ਬਾਰਡਰ ਤੇ ਇਹਨਾਂ 'ਚ ਅਖਬਾਰ 'ਚ ਦਿਖਾਏ ਵੀ ਲੋ, ਤੇ ਕਿਸਾਨੀ ਪੂਰੇ ਦੇਸ਼ 'ਚ ਜਾਗਰਤ ਹੋ ਗਈ। ਕਿਸਾਨੀ ਜਿਹੜੇ ਕਹਿੰਦੇ ਨੇ ਵੀ ਬਾਕੀ ਦੇ ਲੋਕਾਂ ਨੂੰ ਹੋਊ ਨਾ, ਇਹ ਕਿਤੇ ਕੋਈ ਵੱਡੀ ਗੱਲ ਨਹੀਂ ਹੋਣੀ ਆ। ਤੇ ਮੇਰੇ ਯਾਦ ਹੈ ਪੰਜਾਬੀ ਯੂਨੀਵਰਸਿਟੀ 'ਚ ਇੱਕ ਸੈਮੀਨਾਰ ਸੀ ਉੱਥੇ ਦੇ ਜਿਹੜੇ ਥੇ ਆਪਣਾ ਉਸ ਟਾਈਮ ਵਾਈਸ ਚਾਂਸਲਰ ਜਿਹੜੇ ਤੇ ਪੰਜਾਬੀ ਯੂਨੀਵਰਸਿਟੀ ਦੇ ਜਸਪਾਲ ਸਿੰਘ ਜੀ ਤੇ ਉਹਨਾਂ ਦਾ ਇੱਕ ਇਹਨਾਂ ਦਾ ਜਿਹੜੇ ਯੂਨੀਵਰਸਿਟੀ ਦੇ ਮਾਹਰ ਤੇ ਮੁੱਖ ਤੇ ਇਹਨਾਂ ਦਾ ਇੱਕ ਉਹ ਕਹਿੰਦੇ ਮਤਲਬ ਸਾਡਾ ਥਾ ਜਿਹੜਾ ਉਹ ਥਾ ਨਾ ਸਾਡਾ ਸੈਮੀਨਾਰ ਉਹ ਰੂਰਲ ਲਾਈਫ ਪਰ ਤਾ ਕੁਦਰਤੀ ਸਾਡੀ ਪਿੰਡੂ ਜ਼ਿੰਦਗੀ ਪਰ ਉਹਦੇ ਸਾਨੂੰ ਜਥੇਬੰਦੀਆਂ ਨੂੰ ਬੁਲਾਉਂਦੇ ਨੇ, ਚਾਹੇ ਉੱਥੇ ਹੋਵੇ ਕੈਨੇਡਾ ਦਾ ਹੋਵੇ ਚਾਹੇ ਇੱਥੇ ਯੂਨੀਵਰਸਿਟੀ 'ਚ ਹੋਵੇ, ਤੇ ਮੈਂ ਉਹਦੇ ਸ਼ਾਮਲ ਹੋਣਾ ਤੇ ਮੇਰਾ ਜਿਹੜਾ ਸੂਬੇ ਦਾ ਜਨਰਲ ਸਕੱਤਰ ਜਗਮੋਹਨ ਸਿੰਘ ਉਹ ਵੀ ਟਾਲੀ ਰਹਿੰਦਾ, ਅਸੀਂ ਦੋਨੋਂ ਸ਼ਾਮਲ ਹੁੰਦੇ ਹਾਂ। ਤੇ ਉਹਨੇ ਜਦੋਂ ਉਦਘਾਟਨੀ ਭਾਸ਼ਣ ਸ਼ੁਰੂ ਕੀਤਾ, ਇਹ ਅੱਜ ਤੋਂ ਕੋਈ 4-5 ਸਾਲ ਪਹਿਲਾਂ ਦੀ ਕੋਈ ਗੱਲ ਹੈ, ਕੋਈ ਜ਼ਿਆਦਾ ਨਹੀਂ। ਉਹ ਕਹਿੰਦਾ ਅਸੀਂ ਸਾਡਾ ਇੱਕ ਗਰੁੱਪ ਵਾਈਸ ਚਾਂਸਲਰਾਂ ਦਾ ਯੂਨੀਵਰਸਿਟੀਆਂ ਦਾ ਪੂਰਾ, ਅਸੀਂ ਹੁਣ ਸਾਊਥ ਸਟੇਟਾਂ ਘੁੰਮ ਕੇ ਆਇਆ ਸਿਰਫ ਉੱਥੇ ਦਾ ਪੇਂਡੂ ਜੀਵਨ ਦੇਖਣ ਵਾਸਤੇ ਜੀ। ਉਹ ਕਹਿੰਦਾ ਅਸੀਂ ਆਪਣਾ ਜਿਹੜਾ ਸਟੇਸ਼ਨ ਸੀ ਉਹ ਸਾਡਾ ਹੈਦਰਾਬਾਦ ਸੀ, ਹੈਦਰਾਬਾਦ ਤੋਂ ਅਸੀਂ ਬਾਹਰ ਦੂਰ 300-400 ਕਿਲੋਮੀਟਰ ਰੋਜ਼ ਜਾਂਦੇ ਸੀ। ਮੈਂ ਉੱਥੇ ਜਿਹੜੀ ਕਿਸਾਨੀ ਦੀ ਹਾਲਤ ਦੇਖੀ ਹੈ, ਲੋਕਾਂ ਦੀ ਹਾਲਤ ਦੇਖੀ ਹੈ। ਕਹਿੰਦਾ ਉਹ ਤੋਂ ਬਾਅਦ ਮੇਰੇ ਮਨ 'ਚ ਆਇਆ ਉਹਦਾ ਉਹ ਮੁੱਖ ਭਾਸ਼ਣ ਦੀ ਸ਼ੁਰੂ ਕਰਨ ਵਾਲਾ ਸਮਝ ਪ੍ਰਧਾਨਗੀ ਭਾਸ਼ਣ। ਕਹਿੰਦਾ ਮੈਂ ਸੋਚਿਆ ਇਹ ਮੋਦੀ ਕਹਿੰਦਾ ਮੈਂ ਡਿਜੀਟਲ ਇੰਡੀਆ ਕਰਤਾ ਤੇ ਮੈਂ ਇੱਥੇ 4 ਲੇਨ ਸੜਕਾਂ ਕਰਤੀਆਂ। ਕਹਿੰਦਾ ਮੈਂ ਕਿਹਾ ਇਹਨਾਂ ਨੂੰ ਕੀ ਕਰਨੀਆਂ ਨੇ, ਇਹਨਾਂ ਨੂੰ ਤਾਂ ਇਹਦਾ ਕੀ ਲੇਸ ਆ 4 ਲੇਨ 6 ਲੇਨ ਦਾ ਜਾਂ ਡਿਜੀਟਲ ਦਾ, ਜਿਨ੍ਹਾਂ ਦੀ ਜ਼ਿੰਦਗੀ ਜਿਹੜੀ ਮੈਂ ਦੇਖ ਰਿਹਾ ਕਿ ਗਰੀਬ ਤੋਂ ਵੀ ਵੱਧ ਤੋਂ ਬੱਤਰ ਹੈ। ਕਹਿੰਦਾ ਇਹ ਸਾਰੇ ਜਿਉਂਦਾ ਤਿਉਂ ਹੈ। ਕਿਸਾਨੀ ਜਿੱਥੇ ਜਿੱਥੇ ਵੀ ਜ਼ਿਆਦਾ ਡਿਵੈਲਪ ਹੋਈ ਹੈ ਉੱਥੇ ਕਿਸਾਨੀ ਸਿਰ ਜ਼ਿਆਦਾ ਕਰਜ਼ਾ ਹੋਇਆ ਕਿਉਂਕਿ ਖੇਤੀ ਲਾਗਤਾਂ ਵੱਧਦੀਆਂ ਗਈਆਂ। ਸਾਡੇ ਯੂਨੀਵਰਸਿਟੀ ਮਾਰ ਕੀ ਕਹਿੰਦੇ ਨੇ, ਇਹ 55 ਸਾਲਾਂ ਦੇ ਵਿੱਚ 120% ਖੇਤੀ ਲਾਗਤਾਂ ਵੱਧ ਗਈਆਂ ਤੇ ਖੇਤੀ ਫਸਲਾਂ ਦਾ ਮੁੱਲ 19% ਵਧਿਆ। ਕਿਸਾਨ ਸਿਰ ਕਰਜ਼ਾ ਹੋਣਾ ਹੀ ਹੈ। ਸਾਨੂੰ ਸਹੀ ਮੁੱਲ ਨਹੀਂ ਮਿਲਿਆ। ਡਾਕਟਰ ਬੀ ਡੀ ਸ਼ਰਮਾ ਵੀ ਇਹੀ ਕਹਿੰਦੇ ਤੇ ਠੱਗੀ ਲਾਈ ਆ ਘੱਟ ਪਾ ਦੇ ਕੇ ਸਾਡੇ ਨਾਲ। ਤੇ ਜਦੋਂ ਅਸੀਂ ਗੱਲ ਕਰਦੇ ਹਾਂ ਕਿਸਾਨੀ ਕਰਜ਼ੇ ਦੀ ਵੀ ਕਿਸਾਨੀ ਕਰਜ਼ਾ ਇੱਕ ਵਾਰ ਰਾਈਟ ਆਫ ਕਰ ਦਿਓ ਤੇ ਫਿਰ ਕਿਸਾਨ ਆਪ ਹੀ ਸੋਚ ਕੇ ਕਰਜ਼ਾ ਲੈਣਗੇ ਤੇ ਸਰਕਾਰ 'ਚ ਬਾਵੇਲਾ ਖੜਾ ਹੁੰਦਾ ਨਹੀਂ ਇਹ ਨਹੀਂ ਹੋਣਾ। ਇਹ ਕਿਸਾਨਾਂ ਦਾ ਕਰਜ਼ਾ ਮਾਫ ਕਰਤਾ ਸਾਰਾ ਆਰਥਿਕ ਢਾਂਚਾ ਹੀ ਡਗਮਗ ਆ ਜਾਊ, ਜਦੋਂ ਕਿ ਪੂਰੇ ਦੇਸ਼ ਦੇ ਕਿਸਾਨਾਂ ਸਿਰ ਕਰਜ਼ਾ ਸਿਰਫ 20 ਲੱਖ ਕਰੋੜ ਹੈ ਤੇ 110 ਦੀ ਸਾਡੇ ਨਾਲ ਠੱਗੀ ਲਾਈ ਬੈਠੇ ਨੇ 55 ਸਾਲ 'ਚੋਂ। ਤੇ ਸਾਡੇ ਨਾਲ ਬੈਠ ਕੇ ਹਿਸਾਬ ਕਰਨ, ਸਾਡਾ ਤਾਂ ਬਕਾਇਆ ਖੜਾ ਉਹਨਾਂ ਦੇ ਦੇਣ ਸਾਡਾ, ਸਮਝ ਗਏ ਨਾ। ਇਹਨਾਂ ਨੇ ਕਿਸਾਨੀ ਨੂੰ ਦਬਾ ਕੇ ਰੱਖਿਆ। ਪਹਿਲਾਂ ਤਾਂ ਕਾਰਨ ਸੀ ਕਿਸਾਨੀ ਦੀ ਅਨਪੜ੍ਹਤਾ ਦਾ, ਪਰ ਹੁਣ ਜਦ ਤੋਂ ਮੇਰੇ ਵਰਗੇ 70 ਤੋਂ ਬਾਅਦ ਪੜ੍ਹੇ ਲਿਖੇ ਕਿਸਾਨ ਆ ਗਏ ਨਾ, ਇਹ ਸਭ ਸੋਚਦੇ ਤੇ। ਹੁਣ ਮੈਂ ਦੇਖਦਾ ਸਾਡੇ ਬੱਚੇ ਜਾਂ ਬੋਲਦੇ ਨਾ, ਇਹ ਸਾਡੇ ਨਾਲ ਵੀ ਤੇਜ਼ ਤਰਾਰ ਨੇ, ਇਹ ਸਭ ਸਮਝ ਰਹੇ ਨੇ। ਅਸੀਂ ਜਨਰੇਸ਼ਨ ਨੂੰ ਲੈ ਕੇ ਹੀ ਜਾਂਦੇ ਹਾਂ ਤਾਂ ਹੀ ਨਾਲ ਇਹ ਸਿੱਖਣ ਕੁਛ ਸਾਡੇ ਨਾਲ ਕੀ ਵਾਪਰ ਰਿਹਾ। ਉਹ ਬੇਟੀ ਬੋਲੀ ਸੀ ਨਾ ਤੁਹਾਡੇ ਕੋਲ ਇੱਥੇ, ਰਾਜਾ ਇੱਕ ਪਰਜਾ ਦਾ ਬਾਪ ਹੁੰਦਾ ਜੀ, ਸਮਝ ਗਏ ਨਾ। ਤੇ ਰਾਜਾ ਹੁਣ ਬਾਪ ਨਹੀਂ ਰਿਹਾ ਜੀ। ਇਹ ਜਿਹੜੇ ਕਾਨੂੰਨ ਨੇ ਰੱਦ ਕਰਾ ਕੇ ਕਿਸਾਨਾਂ ਦੇ ਹਿੱਤ 'ਚ ਕਿੱਦਾਂ ਦੇ ਕਾਨੂੰਨ ਚਾਹੀਦੇ ਨੇ, ਉਹਦੇ ਬਾਰੇ ਕੀ ਦੱਸਣਗੇ? ਉਹ ਦੇਖੋ ਉਹ ਮੈਪ ਬਾਅਦ 'ਚ ਲੇਆਊਟ ਕਰਾਂਗੇ ਅਸੀਂ ਜੀ। ਸਾਡੇ ਕੋਲ ਮਾਹਰ ਨੇ ਇਸ ਟਾਈਮ, ਯੂਨੀਵਰਸਿਟੀ ਦੇ ਮਾਹਰ ਨੇ, ਆਰਥਿਕ ਮਾਹਰ ਨੇ, ਬਾਕੀ ਸਾਡੇ ਕਈ ਕਿਸਾਨ ਆਗੂ ਬਹੁਤ ਪੜ੍ਹੇ ਹੋਏ ਨੇ, ਜਿਵੇਂ ਜਗਜੀਤ ਸਿੰਘ ਡੱਲੇ ਵਾਲਾ MA ਹੈ ਇਕਨੋਮਿਕਸ ਦੀ, ਉਹਨੂੰ ਸਾਰਾ ਪਤਾ ਮੰਡੀ ਸਿਸਟਮ ਕਿਵੇਂ ਚੱਲਦਾ। ਸਾਡੇ ਬਾਕੀ ਆਪਣਾ ਰਾਜੇਵਾਲ ਜੀ ਨੇ, ਇਹ MA ਨੇ, ਸਮਝ ਗਏ। ਸਾਡੇ ਕੋਲ ਜਗਮੋਹਨ ਜੀ ਨੇ, ਉਹ MA ਨੇ। ਸਾਡੇ ਕੋਲ ਸਾਰਾ ਕੁਝ ਇਹਨੇ ਪੂਰੇ ਮਤਲਬ ਜਾਣਕਾਰ ਨੇ ਇਹ ਚੀਜ਼ਾਂ ਦੇ ਵੀ ਕਿ ਅਸੀਂ ਤਾਂ ਕਹਿਤਾ ਵੀ ਵਿਕਾਸ ਅਸੀਂ ਚਾਹੁੰਦੇ ਹਾਂ, ਲੇਕਿਨ 138 ਕਰੋੜ ਲੋਕਾਂ ਨੂੰ ਰੁਜ਼ਗਾਰ ਮਿਲੇ, ਉਹਦੇ 'ਚ ਉਹ ਵਿਕਾਸ ਚਾਹੁੰਦੇ ਹਾਂ। ਸਾਡੇ ਨਾਲ ਹੋਰ ਵੀ ਕਿਸਾਨ ਨੇ, ਉਹਨਾਂ ਨਾਲ ਕਰਦੇ ਹਾਂ ਗੱਲ। ਸਰਪੰਚ ਸਾਹਿਬ ਨੇ ਸਾਡੇ ਨਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਮੈਂ ਪਵਨਪ੍ਰੀਤ ਸਿੰਘ ਗਰਚਾ ਜੀ, ਪਿੰਡ ਪੁਣੀਵਾਲ ਸ਼੍ਰੀਨਗਰ ਤੋਂ ਜੀ। ਪਵਨਪ੍ਰੀਤ ਸਿੰਘ ਜੀ, ਕਿਸ ਤਰ੍ਹਾਂ ਦੇਖ ਰਹੇ ਹੋ ਸੈਂਟਰ ਸਰਕਾਰ ਦਾ ਰਵੱਈਆ? NIA ਵੱਲੋਂ ਜੋ ਉੱਥੇ ਸਮਾਜ ਸੇਵੀ ਸੰਸਥਾਵਾਂ ਨੇ ਉਹ ਮਦਦ ਕਰ ਰਹੀਆਂ ਨੇ, ਪੱਤਰਕਾਰ ਨੇ, ਇਹਨਾਂ ਤੇ ਪਰਚੇ, ਇਹਨਾਂ ਨੂੰ ਨੋਟਿਸ ਆ ਗਏ ਨੇ, ਇਹਨਾਂ ਦੀ ਪੁੱਛ ਪੜਤਾਲ ਹੋ ਰਹੀ ਹੈ, ਕੀ ਕहेंगे? ਇਹ ਟਿਵਾਣਾ ਸਾਹਿਬ, ਇਹ ਤਾਂ ਇਹਨਾਂ ਦਾ ਸ਼ੁਰੂ ਤੋਂ ਹੀ ਰਿਹਾ ਵੀ ਕਿਵੇਂ ਨਾ ਕਿਵੇਂ ਇਹ ਸੰਘਰਸ਼ ਨੂੰ ਦੱਬਿਆ ਜਾਵੇ, ਦਬਾਇਆ ਜਾਵੇ। ਜਿਸ ਕਿਸੇ ਨੇ ਵਰਗ ਨੇ ਵੀ ਕਿਸਾਨ ਦਾ ਸਾਥ ਦਿੱਤਾ, ਮਜ਼ਦੂਰ ਦਾ ਸਾਥ ਦਿੱਤਾ, ਇਹ ਸਰਕਾਰੀ ਏਜੰਸੀਆਂ ਉਹਨਾਂ ਦੇ ਪਿੱਛੇ ਲਾ ਕੇ ਉਹਨਾਂ ਤੇ ਦਬਾਅ ਬਣਾਇਆ ਗਿਆ, ਉਹਨਾਂ ਨੂੰ ਤੰਗ ਪਰੇਸ਼ਾਨ ਕਰਿਆ ਗਿਆ। ਜਿੱਦਾਂ ਆੜਤੀਆ ਭਾਈਚਾਰਾ ਸੀ, ਜਿਸ ਦਿਨ ਇੱਥੇ ਉਹਨਾਂ ਨੇ ਕਿਸਾਨਾਂ ਦਾ ਸਾਥ ਦਿੱਤਾ, ਉਹਨਾਂ ਦੇ ਪਿੱਛੇ ਇਨਕਮ ਟੈਕਸ ਵਾਲੇ ਲਾਤੇ, ਰੇਡਾਂ ਪਾਉਣੀਆਂ ਸ਼ੁਰੂ ਹੋ ਗਈਆਂ ਜੀ। ਇਸੇ ਤਰ੍ਹਾਂ NIA ਉਹਦੀ ਦੁਰਵਰਤੋਂ ਕਰ ਰਹੀ ਆ ਸਰਕਾਰ। ਹੁਣ ਸਾਡਾ ਪੱਤਰਕਾਰ ਭਾਈਚਾਰਾ
ਸਾਡੇ ਜਿਹੜਾ ਨੈਸ਼ਨਲ ਮੀਡੀਆ ਉਹ ਕਿਸਾਨ ਐਂਟੀ ਰਿਹਾ। ਤੁਸੀਂ ਜਾਗਦੀ ਜ਼ਮੀਰ ਵਾਲੇ ਪੱਤਰਕਾਰ ਹੋ ਜਿਨ੍ਹਾਂ ਨੇ ਸਾਡੀ ਚੰਗਿਆੜੀ ਨੂੰ ਇੱਕ ਮਿਸਾਲ ਦਾ ਰੂਪ ਦੇ ਦਿੱਤਾ। ਇਹ ਜੋ ਸੰਘਰਸ਼ ਹੈ ਇਹ ਤੁਹਾਡੀ ਉਹ ਦੇਣ ਹੈ ਜਿਹੜਾ ਇਹ ਪੂਰੀ ਦੁਨੀਆ ਵਿੱਚ ਹੁਣ ਫੈਲ ਚੁੱਕਿਆ। ਇਹ ਤੁਸੀਂ ਇਹਨਾਂ ਸਰਕਾਰਾਂ ਤੋਂ ਡਰੇ ਨਹੀਂ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਤੁਹਾਡੀਆਂ ਰਿੜੀ ਨੇ, ਤੁਸੀਂ ਸਾਡਾ ਸਾਥ ਦਿੱਤਾ, ਅਸੀਂ ਇਸ ਗੱਲੋਂ ਤੁਹਾਡਾ ਬਹੁਤ ਧੰਨਵਾਦ ਹਾਂ। ਪਰ ਇਹ ਵੀ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਵੀ ਇਹਨਾਂ ਸਰਕਾਰਾਂ ਤੋਂ ਤੁਹਾਨੂੰ ਡਰਨ ਦੀ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ। ਅਸੀਂ ਜਿਸ ਤਰ੍ਹਾਂ ਤੁਸੀਂ ਸਾਡਾ ਸਾਥ ਦਿੱਤਾ ਹਰ ਇੱਕ ਕਦਮ ਤੇ ਤੁਹਾਡੇ ਨਾਲ ਖੜੇ ਹਾਂ, ਤੁਹਾਡੇ ਅੱਗੇ ਹੋ ਕੇ ਤੁਹਾਡੀ ਲੜਾਈ ਲੜਾਂਗੇ। ਕਿਸੇ ਵੀ ਪੱਤਰਕਾਰ ਭਾਈਚਾਰੇ ਤੇ ਪੱਤਰਕਾਰ ਭਾਈ ਨੂੰ ਕੋਈ ਤੰਗ ਕਰਦਾ ਹੈ, ਪਰੇਸ਼ਾਨ ਕਰਦੀ ਹੈ ਕਿਸੇ ਕਿਸਮ ਦਾ ਸਰਕਾਰ, ਅਸੀਂ ਤੁਹਾਡਾ ਡਟ ਕੇ ਸਾਥ ਦੇਵਾਂਗੇ ਜੀ। ਜੀ ਧੰਨਵਾਦ ਜੀ। ਧੰਨਵਾਦ। ਹਾਂਜੀ, ਇਹ ਸਨ ਕਿਸਾਨ ਆਗੂ। ਇਹਨਾਂ ਦਾ ਕਹਿਣਾ ਹੈ ਕਿ ਇਹ ਲੜਾਈ ਆ ਜਿਹੜੀ ਸ਼ਾਂਤਮਈ ਇਦਾਂ ਹੀ ਚੱਲਦੀ ਰਹੂਗੀ ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ। ਧਰਨੇ ਪ੍ਰਦਰਸ਼ਨ ਜਾਰੀ ਰਹਿਣਗੇ। 26 ਦਾ ਜਿਹੜਾ ਟਰੈਕਟਰ ਮਾਰਚ ਆ ਉਹ ਵੀ ਸ਼ਾਂਤਮਈ ਕੱਢਿਆ ਜਾਊਗਾ। ਤੇ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ NIA ਵੱਲੋਂ ਨੋਟਿਸ ਕੱਢੇ ਜਾ ਰਹੇ ਨੇ ਕਿਸੇ ਵੀ ਸਮਾਜ ਸੇਵੀ ਸੰਸਥਾ ਨੂੰ ਜਾਂ ਪ੍ਰੈਸ ਰਿਪੋਰਟਰ ਵੀਰਾਂ ਨੂੰ, ਉਹਨਾਂ ਦਾ ਵੀ ਸਾਥ ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਜਾਊਗਾ। ਤੇ ਕਿਸਾਨ ਆਗੂਆਂ ਨੇ ਦੱਸਿਆ ਕਿ ਇਹ ਜਿਹੜੀਆਂ ਸਰਕਾਰਾਂ ਨੇ ਇਹਨਾਂ ਦੀ ਨੀਤੀ ਹੈ ਜਿਹੜੀ ਇਹ ਕਿਸਾਨ ਮਾਰੂ ਨੀਤੀ ਹੈ ਤੇ ਕਿਸਾਨ ਆਪਣੇ ਹੱਕ ਲਏ ਬਗੈਰ ਦਿੱਲੀ ਤੋਂ ਵਾਪਸ ਨਹੀਂ ਆਉਣਗੇ। ਕੈਮਰਾਮੈਨ ਸੁਨੀਲ ਕੌੜਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ, ਪੰਜਾਬੀ ਲੋਕ ਚੈਨਲ, ਭਾਦਸੋਂ।